कि 4 साल तो कंपनी लाइसेंस नहीं सी, कोई उन्हें टैक्स नहीं भरिया, मार्केट फीस जिहड़ी है भरी नहीं भरी। ਹੁਣ ਜਦੋਂ ਕੰਪਨੀ ਤੋਂ ਮੰਡੀ ਬੋਰਡ ਨੇ ਜਵਾਬ ਮੰਗਿਆ, ਜਵਾਬ ਮੰਗਦੀ ਹੈ ਕਿ ਕਿਉਂ ਨਹੀਂ ਭਰਿਆ, ਤਾਂ ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਕਹਿੰਦੇ ਆ ਕਿ ਇਹਦੀ ਲੋੜ ਨਹੀਂ। ਨੀਅਰ ਅਬਾਊਟ ਹੁਣ ਤੱਕ 70 ਕਰੋੜ ਦਾ ਕਾਰੋਬਾਰ ਕੰਪਨੀ ਔਨ ਮੈਰਿਟਸ ਕਰ ਚੁੱਕੀ ਹੈ ਇੰਨੇ ਸਾਲਾਂ, ਜੋ ਮੇਰੇ ਕੋਲੇ ਡਾਟਾ ਹੈ। ਹੋ ਸਕਦਾ ਇਸ ਤੋਂ ਵੱਧ ਦਾ ਕਾਰੋਬਾਰ ਹੋਵੇ। ਵੀ ਹੁਣ ਮੋਦੀ ਦੇ ਕਾਨੂੰਨ ਆ ਚੁੱਕੇ ਹੈ, ਵੀ ਲਾਗੂ ਹੋ ਚੁੱਕਿਆ ਆਰਡੀਨੈਂਸ, ਇਸ ਕਰਕੇ ਤੁਹਾਡਾ ਰਾਈਟ ਨਹੀਂ ਬਣਦਾ ਵੀ ਤੁਸੀਂ ਸਾਡੇ ਤੋਂ ਬਿੱਲ ਬੁੱਕਾਂ, ਕੈਸ਼ ਬੁੱਕਾਂ ਜਾਂ ਬੈਲੈਂਸ ਸ਼ੀਟਾਂ ਜਾਂ ਕੋਈ ਰਸੀਦਾਂ ਦੀ ਡਿਮਾਂਡ ਕੀਤੀ ਕਿ ਆਪਣੀਆਂ ਬਿੱਲ ਬੁੱਕਾਂ ਤੇ ਉਹ ਦਿਖਾਓ। ਹਾਂ, ਦਿਖਾਓ ਸਾਰਾ ਜੋ ਵੀ ਕਾਰੋਬਾਰ ਕੀਤਾ ਦਿਖਾਓ। ਮਨਾ ਕਰਤਾ ਕਿ ਨਵੇਂ ਕਾਨੂੰਨਾਂ ਦੇ ਹਿਸਾਬ ਤੇ ਨਹੀਂ ਦੇ ਸਕਦੇ। ਮੰਡੀ ਬੋਰਡ ਦੀ ਫੀਸ ਤਾਂ ਪੇ ਹੀ ਨਹੀਂ ਕੀਤੀ। ਨਹੀਂ, ਅਜੇ ਤੱਕ ਕਿਸੇ ਵੀ ਸਾਲ ਉਹਨਾਂ ਨੇ ਕੋਲੇ ਲਾਇਸੈਂਸ ਹੀ ਹੈ ਨਹੀਂ ਖਰੀਦਣ ਦਾ। ਉਹਨਾਂ ਕੋਲੇ ਤਾਂ ਬੇਸਿਕਲੀ ਸਟਰਕਚਰ ਹੀ ਹੈ ਨਹੀਂ। ਜੇ ਕਿਤੇ ਕਰੋਨਾ ਨਾ ਆਉਂਦਾ ਤੇ ਆਹ ਕੰਪਨੀ ਉਹ ਕਲੈਕਸ਼ਨ ਸੈਂਟਰ ਖਲੋਣ ਲਈ ਹਾਈ ਕੋਰਟ ਨਾ ਜਾਂਦੀ ਤਾਂ ਸ਼ਾਇਦ ਇਹ ਮਾਮਲਾ ਮੇਰੇ ਧਿਆਨ ਵਿੱਚ ਵੀ ਨਹੀਂ ਆਉਣਾ ਸੀ। ਜਦੋਂ 20 ਕਿੱਲੇ ਥਾਂ ਨਾ ਲੈਣਾ ਬਹੁਤ ਵੱਡੀ ਗੱਲ ਹੈ। 20 ਕਿੱਲੇ ਥਾਂ ਦੇ ਵਿੱਚ ਮੰਡੀ ਚਲਾਉਣੀ ਤਾਂ ਹੋ ਕਿਵੇਂ ਸਕਦਾ ਵੀ ਅਫੀਸਰ ਸਾਹਿਬਾਂ ਦੀ ਨਿਗਾਹ 'ਚ ਨਾ ਹੋਵੇ। ਇੱਕ ਪਾਸੇ ਕੰਪਨੀ ਕਹਿ ਰਹੀ ਹੈ ਕਿ ਨਵੇਂ ਕਾਨੂੰਨ ਨੇ, ਉਹਦੇ ਤਹਿਤ ਖਰੀਦ ਲੋੜ ਨਹੀਂ ਹੈਗੀ। ਦੂਜੇ ਪਾਸੇ ਇਹ ਵੀ ਕਹਿ ਰਹੀ ਹੈ ਕਿ ਅਸੀਂ ਤਾਂ ਕਿੰਨੂੰ ਉੱਥੇ ਸਾਡਾ ਕਲੈਕਸ਼ਨ ਸੈਂਟਰ ਹੀ ਨਹੀਂ, ਅਸੀਂ ਖਰੀਦਿਆ ਹੀ ਨਹੀਂ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਪੰਜਾਬ ਦੀ ਸਰਕਾਰ ਇੱਕ ਪਾਸੇ ਵਿਧਾਨ ਸਭਾ ਦਾ ਸੈਸ਼ਨ ਬੁਲਾਉਂਦੀ ਹੈ ਔਰ ਵਿਧਾਨ ਸਭਾ ਦੇ ਵਿੱਚ ਕੇਂਦਰ ਦੇ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਉੱਥੇ ਮਤਾ ਪਾਸ ਕੀਤਾ ਜਾਂਦਾ ਹੈ। ਇੱਕ ਪਾਸੇ ਤਾਂ ਕਾਂਗਰਸ ਦਾ ਤੇ ਪੰਜਾਬ ਸਰਕਾਰ ਦਾ ਇਹ ਚਿਹਰਾ ਹੈ ਜੋ ਕਹਿ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਆ ਔਰ ਕਿਸਾਨ ਹਿਤੈਸ਼ੀ ਆ, ਅਸੀਂ ਇਹਨਾਂ ਕਾਨੂੰਨਾਂ ਨੂੰ ਨਹੀਂ ਮੰਨਦੇ। ਬਾਕੀ ਸਿਆਸੀ ਪਾਰਟੀਆਂ ਦੀ ਆਪੋ ਆਪਣੀ ਪਿੱਛੇ ਰਮਜ਼ਾਂ ਨੇ, ਉਹ ਗੱਲ ਵੱਖਰੀ ਹੈ। ਗੱਲ ਅੱਜ ਸਰਕਾਰ ਦੀ ਕਰਾਂਗੇ। ਦੂਜੇ ਪਾਸੇ ਸਰਕਾਰ ਦੇ ਵਿੱਚ ਹੀ ਪੰਜਾਬ ਮੰਡੀ ਬੋਰਡ ਦੇ ਅਫਸਰ ਤੇ ਪੰਜਾਬ ਮੰਡੀ ਬੋਰਡ ਨਵੇਂ ਕਾਨੂੰਨਾਂ ਨੂੰ ਮੰਨ ਲੈਂਦਾ ਹੈ, ਲਾਗੂ ਵੀ ਹੋ ਜਾਂਦਾ ਹੈ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਕਿਸ ਤਰ੍ਹਾਂ ਹੋ ਸਕਦਾ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ, ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਜਾਂਦਾ ਹੈ। ਦੂਜੇ ਪਾਸੇ ਮੰਡੀ ਬੋਰਡ ਕਿਵੇਂ ਉਹ ਲਾਗੂ ਕਰ ਰਿਹਾ, ਇਸ ਬਾਰੇ ਅੱਜ ਅਸੀਂ ਤਫਸੀਲ ਦੇ ਵਿੱਚ ਗੱਲਬਾਤ ਕਰਾਂਗੇ। ਅਬੋਹਰ ਤੋਂ ਇੱਕ ਵੱਡੀ ਘਟਨਾ ਹੈ। ਘਟਨਾ ਇਹ ਹੈ ਕਿ ਕਿੰਨੂਆਂ ਦੀ ਖੇਤੀ ਅਬੋਹਰ 'ਚ ਹੁੰਦੀ ਹੈ। ਲਗਭਗ 70-80% ਰਾਜ ਦਾ ਜਿਹੜਾ ਕਿੰਨੂ ਹੈ ਉਹ ਇਕੱਲਾ ਅਬੋਹਰ ਦਾ ਇਲਾਕਾ ਜਿਹੜਾ ਉਹ ਪੈਦਾ ਕਰਦਾ ਹੈ ਔਰ ਫਿਰ ਉਹਦੇ ਤੇ ਮੰਡੀ ਬੋਰਡ ਦੀ ਜੋ ਮੰਡੀ ਟੈਕਸ ਹੈ ਉਹ ਇੱਕ ਵੱਡੀ ਕੰਪਨੀ ਨਹੀਂ ਪੇ ਕਰਦੀ। ਇਸ ਪੂਰੇ ਮਾਮਲੇ ਨੂੰ ਉਜਾਗਰ ਕਰਨ ਵਾਲੇ ਵਕੀਲ ਐਡਵੋਕੇਟ ਇੰਦਰਜੀਤ ਸਿੰਘ ਜੀ ਸਾਡੇ ਨਾਲ ਨੇ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਮਾਮਲਾ ਹੈ ਜੀ? ਥੋੜਾ ਸ਼ੁਰੂ ਤੋਂ, ਬਿਲਕੁਲ ਜ਼ੀਰੋ ਤੋਂ ਆਪਾਂ ਸ਼ੁਰੂ ਕਰੀਏ, ਦਰਸ਼ਕਾਂ ਨੂੰ ਇੱਕ ਇੱਕ ਕੜੀ ਦਰ ਕੜੀ ਸਮਝਾਈਏ ਕਿ ਹੋਇਆ ਕੀ ਹੈ ਮਾਮਲਾ। ਸਿਮਰਨ ਜੀ, ਜਦੋਂ ਕਰੋਨਾ ਦਾ ਮਾਹੌਲ ਸੀ, ਕਰੋਨਾ ਦੇ ਮਾਹੌਲ ਦੇ ਵਿੱਚ ਸਾਡੇ ਡੀਸੀ ਸਾਹਿਬ ਨੇ ਸਾਰੇ ਕਿੰਨੂ ਦੀ ਖਰੀਦੋ ਫਰੋਖਤ ਤੇ ਰੋਕ ਲਾ ਦਿੱਤੀ ਸੀ। ਜਦੋਂ ਮਾਮਲਾ ਧਿਆਨ ਵਿੱਚ ਆਇਆ ਤੇ ਉਹ ਕੰਪਨੀ ਉਸ ਡੀਸੀ ਸਾਹਿਬ ਦੇ ਆਰਡਰਾਂ ਦੇ ਬਿਹਾਫ ਤੇ ਹਾਈ ਕੋਰਟ ਗਈ। ਹਾਈ ਕੋਰਟ ਗਈ ਤੇ ਉੱਥੋਂ ਜੋ ਪੇਪਰ ਉਹਨੇ ਹਾਈ ਕੋਰਟ ਵਿੱਚ ਪੇਸ਼ ਕੀਤੇ, ਉਸ ਦੇ ਬਿਹਾਫ ਤੇ ਇਹ ਮਾਮਲਾ ਮੇਰੇ ਧਿਆਨ ਵਿੱਚ ਆਇਆ। ਜਦੋਂ ਮੈਂ ਧਿਆਨ 'ਚ ਦੇਖਿਆ ਤੇ ਮੈਂ ਇਸ ਬਾਰੇ ਸਾਡੇ ਸੈਕਟਰੀ ਮਾਰਕੀਟ ਕਮੇਟੀ ਅਬੋਹਰ ਤੇ ਚੇਅਰਮੈਨ ਮਾਰਕੀਟ ਕਮੇਟੀ ਅਬੋਹਰ ਤੋਂ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇਹ ਕੰਪਨੀ ਜਿਹੜੀ ਹੈ ਨਾ ਤਾਂ ਮੰਡੀ ਫੀਸ ਦੇ ਰਹੀ ਹੈ ਤੇ ਨਾ ਹੀ ਕੋਈ RDF ਭਰ ਰਹੀ ਹੈ। ਅੱਜ ਜਾਣਕਾਰੀ ਲੈਣ ਤੋਂ ਬਾਅਦ ਮੈਂ ਇਸ ਦੀ ਸ਼ਿਕਾਇਤ ਆਪਦੇ ਵੱਲੋਂ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਵੀ ਭਗਤ ਨੂੰ ਕੀਤੀ ਤੇ ਉਹਨਾਂ ਨੇ ਇਹਦੀ ਬਿਲਕੁਲ ਜਾਂਚ ਕਰਨ ਦੀ ਮੈਨੂੰ ਭਰੋਸਾ ਦਿੱਤਾ। ਠੀਕ ਹੈ। ਜਾਂਚ ਕਰਨ ਦਾ ਭਰੋਸਾ ਦਿੱਤਾ ਤੇ ਕੰਪਨੀ ਜਿਹੜੀ ਜਾਂਚ ਸਾਡੇ ਫਿਰੋਜ਼ਪੁਰ ਦੇ ਅਫੀਸਰ ਸਾਹਿਬਾਨ ਕੋਲੇ ਆਈ। ਉਹਨਾਂ ਨੇ ਕੰਪਨੀ ਨੂੰ ਲਾਇਸੈਂਸ ਲੈਣ ਲਈ ਨੋਟਿਸ ਜਾਰੀ ਕੀਤਾ ਤੇ ਕੰਪਨੀ ਦੇ ਵਕੀਲ ਨੇ ਕਿਹਾ ਵੀ ਇਹ ਤੁਸੀਂ ਸਾਡੇ ਤੋਂ ਵਿਦਡਰਾ ਕਰੋ, ਵੀ ਕਿਉਂਕਿ ਕੰਪਨੀ ਇਹ ਕਾਰੋਬਾਰ ਤੁਹਾਡੇ ਇਲਾਕੇ ਵਿੱਚ ਨਹੀਂ ਕਰ ਰਹੀ। ਮਤਲਬ ਕੰਪਨੀ ਨੇ ਕਿੰਨੂ ਖਰੀਦਿਆ ਉੱਥੋਂ? ਕਿੰਨੂ ਨਹੀਂ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਐਗਰੀਕਲਚਰ ਪ੍ਰੋਡਿਊਸ ਹੁੰਦਾ ਵੀ ਕੋਈ ਵੀ ਉਪਜ ਜਿਹੜੀ ਧਰਤੀ ਵਿੱਚ ਪੈਦਾ ਹੁੰਦੀ ਹੈ ਜੀ,
ਉਹ ਮੰਡੀ ਬੋਰਡ ਦੇ ਯਾਰਡ ਵਿੱਚ ਵਿਕਣੀ ਜ਼ਰੂਰੀ ਹੁੰਦੀ ਹੈ। ਇਹ ਮੰਡੀ ਬੋਰਡ ਦਾ ਲਾਅ ਕਹਿੰਦਾ। ਠੀਕ ਹੈ। ਇਹ ਡਰਾਫਟ ਕਿਨੂੰ ਸੀ, ਸਾਡੀ ਬਦਕਿਸਮਤੀ ਵੀ ਐਤਕੀ ਸਾਡੇ ਫਾਰਮਰਸ ਨੇ ਮੌਸਮ ਦੀ ਖਰਾਬੀ ਕਰਕੇ ਨੀਅਰ ਅਬਾਊਟ 40 ਤੋਂ 50 ਕਰੋੜ ਦਾ ਡਰਾਫਟ ਕਿਨੂੰ ਇਹਨਾਂ ਨੂੰ ਸੇਲ ਕੀਤਾ। ਮੈਂ ਉਸ ਲਈ ਖੁਸ਼ੀ ਵੀ ਜ਼ਾਹਿਰ ਕਰਦਾ ਵੀ ਇਹਨਾਂ ਨੇ ਪਹਿਲ ਕਦਮੀ ਲਈ ਕੰਪਨੀ ਨੇ ਵਧੀਆ ਐਫਰਟਸ ਕੀਤੇ, ਬਟ ਉਹਨਾਂ ਨੇ ਇੱਕ ਸਹੀ ਤਰੀਕਾ ਨਾ ਅਪਣਾਉਂਦੇ ਹੋਏ ਰਾਜ ਦੇ ਟੈਕਸ ਦੀ ਚੋਰੀ ਵੀ ਕੀਤੀ। ਉਹ ਇੱਕ ਬਹੁਤ ਮੰਦਭਾਗੀ ਘਟਨਾ ਹੈ। ਤਰੀਕਾ ਸੀਗਾ ਕੀ ਤੇ ਕੰਪਨੀ ਨੇ ਕੀ ਅਡਾਪਟ ਕੀਤਾ। ਉਸ ਤੋਂ ਬਾਅਦ ਸਾਡੇ ਸੈਕਟਰੀ ਸਾਹਿਬ ਨੇ, ਜਿਹੜੇ ਸਾਡੇ ਬੋਰਡ ਦੇ ਸੈਕਟਰੀ ਸਾਹਿਬ ਸੀਗੇ, ਉਹਨਾਂ ਨੂੰ ਸਾਰੇ ਬੈਲੈਂਸ ਬੁੱਕ, ਵਹੀਆਂ, ਖਾਤੇ ਜੋ ਸਭ ਕੁਝ ਲਿਆਉਣ ਲਈ ਨੋਟਿਸ ਜਾਰੀ ਕੀਤਾ। ਤਾਂ ਜਦੋਂ ਨੋਟਿਸ ਜਾਰੀ ਕੀਤਾ ਤੇ ਕੰਪਨੀ ਦੇ ਵਕੀਲ ਸਾਹਿਬਾਨ ਜਿਹੜੇ ਉਹਨਾਂ ਨੇ ਦੁਬਾਰਾ ਨੋਟਿਸ ਦੇ ਰਾਹੀਂ ਦੱਸਿਆ, ਜੋ ਜਵਾਬ ਦਿੱਤਾ ਵੀ ਹੁਣ ਮੋਦੀ ਦੇ ਕਾਨੂੰਨ ਆ ਚੁੱਕੇ ਹੈ, ਵੀ ਲਾਗੂ ਹੋ ਚੁੱਕਿਆ ਆਰਡੀਨੈਂਸ, ਇਸ ਕਰਕੇ ਤੁਹਾਡਾ ਰਾਈਟ ਨਹੀਂ ਬਣਦਾ ਵੀ ਤੁਸੀਂ ਸਾਡੇ ਤੋਂ ਬਿੱਲ ਬੁੱਕਾਂ, ਕੈਸ਼ ਬੁੱਕਾਂ ਜਾਂ ਬੈਲੈਂਸ ਸ਼ੀਟਾਂ ਜਾਂ ਕੋਈ ਰਸੀਦਾਂ ਦੀ ਡਿਮਾਂਡ ਕਰੋ। ਇਹ ਡਿਮਾਂਡ ਕਿਹਨੇ ਕੀਤੀ? ਸੈਕਟਰੀ ਮੰਡੀ ਬੋਰਡ ਬੋਲ ਸੈਕਟਰੀ ਨੇ ਡਿਮਾਂਡ ਕੀਤੀ ਕਿ ਆਪਣੀਆਂ ਬਿੱਲ ਬੁੱਕਾਂ ਤੇ ਉਹ ਦਿਖਾਓ। ਹਾਂ, ਦਿਖਾਓ ਸਾਰਾ ਜੋ ਵੀ ਕਾਰੋਬਾਰ ਕੀਤਾ ਦਿਖਾਓ। ਕੰਪਨੀ ਨੇ ਮਨਾ ਕਰਤਾ ਕਿ ਨਵੇਂ ਕਾਨੂੰਨਾਂ ਦੇ ਹਿਸਾਬ ਤੇ ਨਹੀਂ ਦੇ ਸਕਦੇ। ਮੈਂ ਫਿਰ ਸੈਕਟਰੀ ਮੰਡੀ ਬੋਰਡ ਨੂੰ ਕਿਹਾ, ਮੈਂ ਕਿਹਾ ਵੀ ਸਰ ਤੁਹਾਨੂੰ ਫਿਜ਼ੀਕਲ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ, ਤੇ ਸ਼ਾਇਦ ਮੈਨੂੰ ਨਹੀਂ ਪਤਾ ਉਹ ਫਿਜ਼ੀਕਲ ਵੈਰੀਫਿਕੇਸ਼ਨ ਉਹਨਾਂ ਵੱਲੋਂ ਨਹੀਂ ਕੀਤੀ ਗਈ, ਪਰ ਤੁਹਾਡੇ ਵਰਗੇ ਇੱਕ ਵੀਰ ਪੱਤਰਕਾਰ ਭਾਈਚਾਰੇ ਵੱਲੋਂ ਉਹਦੀ ਸਾਰੀ ਵੀਡੀਓਗ੍ਰਾਫੀ ਕਰਕੇ ਇਹ ਮਾਮਲਾ ਹੋਰ ਲੋਕਾਂ ਦੀ ਨਜ਼ਰ 'ਚ ਲਿਆ ਕੇ ਨਸ਼ਰ ਕੀਤਾ ਗਿਆ। ਜਦੋਂ ਕੁਝ ਸਮੇਂ ਬਾਅਦ ਜਦੋਂ ਮੈਂ ਇੱਕ ਦੋ ਵਾਰੀ ਪੁੱਛਿਆ, ਕਹਿੰਦੇ ਜਾਂਚ ਚੱਲ ਰਹੀ ਹੈ, ਤੇ ਕੰਪਨੀ ਨੇ ਇਹ ਸਾਰਾ ਮਾਮਲਾ ਮੰਡੀ ਬੋਰਡ ਤੇ ਲੀਗਲ ਓਪੀਨੀਅਨ ਵਾਸਤੇ ਭੇਜ ਦਿੱਤਾ, ਮੰਡੀ ਮੋਹਾਲੀ ਵਿਖੇ ਭੇਜ ਦਿੱਤਾ। ਇੱਕ ਕਲੈਰਿਟੀ ਇੱਥੇ ਦਿਓ ਕਿ ਪਹਿਲਾਂ ਕੀ ਕਰਦੀ ਆ ਰਹੀ ਸੀ ਕੰਪਨੀ? ਇਸ ਸਾਲ ਤੋਂ ਪਹਿਲਾਂ, ਕਾਨੂੰਨ ਆਉਣ ਤੋਂ ਪਹਿਲਾਂ ਕੰਪਨੀ ਕੀ ਕਰਦੀ ਸੀ ਹਰ ਸਾਲ? ਕੰਪਨੀ 2017 ਵਿੱਚ ਆਈ। 2017 ਚ ਉਹਨੇ ਜਦੋਂ ਜਿਹੜੀ ਰਿਟ ਪਾਈ ਹਾਈ ਕੋਰਟ, ਉਹਦੇ ਚ ਲਿਖਿਆ ਵੀ ਅਸੀਂ 2017 ਵਿੱਚ 950 ਟਨ ਦਾ ਕਾਰੋਬਾਰ ਕੀਤਾ। ਪਿਛਲੇ ਸਾਲ ਅਸੀਂ 2000 ਟਨ ਦਾ ਕੀਤਾ, ਫਿਰ ਅਸੀਂ 2019 2000 ਟਨ ਦਾ ਕੀਤਾ। ਐਤਕੀ ਸਾਡਾ ਟਾਰਗੇਟ 4000 ਟਨ ਕਰਨ ਦਾ। ਇਹ 2000 ਟਨ ਕਿੰਨੂੰ ਅਬੋਹਰ ਇਲਾਕੇ ਚੋਂ ਜਾਂ ਕਿਤੋਂ ਵੀ ਉਹ ਖਰੀਦਦੇ ਸੀ, ਤੇ ਉਹਦੀ ਮੰਡੀ ਬੋਰਡ ਦੀ ਜਿਹੜੀ ਟੈਕਸ ਬਣਦਾ ਸੀ ਉਹ ਫੀਸ ਤਾਂ ਉਹ ਪੇ ਕਰਦੇ ਸੀ। ਮੰਡੀ ਬੋਰਡ ਦੀ ਫੀਸ ਤਾਂ ਪੇ ਹੀ ਨਹੀਂ ਕੀਤੀ। ਨਹੀਂ, ਅਜੇ ਤੱਕ ਕਿਸੇ ਵੀ ਸਾਲ ਉਹਨਾਂ ਨੇ ਕੋਲੇ ਲਾਇਸੈਂਸ ਹੀ ਹੈ ਨਹੀਂ ਖਰੀਦਣ ਦਾ। ਉਹਨਾਂ ਕੋਲੇ ਤਾਂ ਬੇਸਿਕਲੀ ਸਟਰਕਚਰ ਹੀ ਹੈ ਨਹੀਂ ਮੰਡੀ ਬੋਰਡ ਦੀ ਫੀਸ ਭਰਨੀ। ਤਾਂ ਮਤਲਬ ਨਾ 2017 ਚ ਪੇ ਕੀਤੀ, ਨਾ 18 ਚ ਪੇ ਕੀਤੀ, 19 ਚ ਹੁਣ 20 ਆ ਗਿਆ, 4 ਸਾਲ ਹੋ ਗਏ ਉਹਨਾਂ ਨੇ ਮੰਡੀ ਬੋਰਡ ਦੀ ਲਾਇਸੈਂਸ ਹੀ ਹੈ ਨਹੀਂ। ਮੱਕੜ ਸਾਹਿਬ ਤਾਂ ਬਹੁਤ ਵੱਡੀ ਗੱਲ ਆ, ਫੀਸ ਤਾਂ ਬਹੁਤ ਬਾਹਰ ਦੀ ਗੱਲ ਹੈ। ਠੀਕ ਹੈ। 1/7/2020 ਨੂੰ ਇਹਦਾ ਮੈਂ ਟੋਕ ਰਿਹਾ, ਅਪਰੋਕਸੀਮੇਟ ਕਾਰੋਬਾਰ ਹੁਣ ਤੱਕ ਕਿੰਨਾ ਹੋ ਗਿਆ ਹੋਣਾ ਔਰ ਲਾਸ ਕਿੰਨਾ ਹੈ? ਨੀਅਰ ਅਬਾਊਟ ਹੁਣ ਤੱਕ 70 ਕਰੋੜ ਦਾ ਕਾਰੋਬਾਰ ਕੰਪਨੀ ਔਨ ਮੈਰਿਟਸ ਕਰ ਚੁੱਕੀ ਹੈ ਇੰਨੇ ਸਾਲਾਂ, ਜੋ ਮੇਰੇ ਕੋਲੇ ਡਾਟਾ ਹੈ। ਹੋ ਸਕਦਾ ਇਸ ਤੋਂ ਵੱਧ ਦਾ ਕਾਰੋਬਾਰ ਹੋਵੇ। ਔਰ ਇਹਦਾ ਪੰਜਾਬ ਦੇ ਮਾਲੀਏ ਨੂੰ ਨੁਕਸਾਨ ਕਿੰਨਾ? ਨੀਅਰ ਅਬਾਊਟ ਮੰਨੀਏ ਤਾਂ 2 ਕਰੋੜ 80 ਲੱਖ ਰੁਪਏ ਦੇ ਕਰੀਬ ਮਾਲੀਆ ਨੁਕਸਾਨ ਹੈ। ਇੰਨਾ ਹੀ ਇਹਦੇ ਤੇ ਜੁਰਮਾਨਾ ਬਣਦਾ। ਇੰਨਾ ਜੁਰਮਾਨਾ ਬਣਦਾ। ਤੁਸੀਂ ਗੱਲ ਆਪਣੀ ਕੰਟੀਨਿਊ ਕਰੋ। ਉਸ ਤੋਂ ਬਾਅਦ 1/7/2020 ਨੂੰ ਇੱਕ ਚਿੱਠੀ ਜਾਰੀ ਹੁੰਦੀ ਹੈ, ਜਿਹਦੇ ਵਿੱਚ ਸਾਡੇ ਲੀਗਲ ਓਪੀਨੀਅਨ ਲੈਣ ਤੋਂ ਬਾਅਦ ਸਾਡੇ ਸੈਕਟਰੀ ਮੰਡੀ ਬੋਰਡ ਜਿਹੜੇ ਅਬੋਹਰ ਤੋਂ ਨੇ, ਉਹ ਲਿਖਦੇ ਆ ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਉਹ ਲਿਖਦੇ ਆ ਵੀ ਇਸ ਕੇਸ ਦੀ ਮਿਤੀ 16/6/20 ਨੂੰ ਮੁੱਖ ਦਫ਼ਤਰ ਮੋਹਾਲੀ ਵਿਖੇ ਮਾਨਯੋਗ ਸਕੱਤਰ ਮੀਨਸ ਰਵੀ ਭਗਤ, ਨਾਂ ਤਾਂ ਨਹੀਂ ਲਿਖਿਆ, ਮੰਡੀ ਬੋਰਡ ਜੀ ਵੱਲੋਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਟਸ ਮੀਨ ਉਹ ਇਨਵੋਲਵ ਨੇ ਇਸ ਕੇਸ ਦੇ ਵਿੱਚ, ਉਹਨਾਂ ਨੂੰ ਜਾਣਕਾਰੀ ਸੀ। ਠੀਕ ਹੈ। ਇਸ ਉਪਰੰਤ ਇਸ ਦਫ਼ਤਰ ਦੇ ਪੱਤਰ ਨੰਬਰ 382 ਮਿਤੀ 24/6/2020 ਰਾਹੀਂ ਰਜਿੰਦਰ ਨੋਕਵਾਲ ਪੁੱਤਰ ਰਮੇਸ਼ਵਰ ਨੋਕਵਾਲ ਵਾਸੀ ਪਿੰਡ ਧਰਮਪੁਰਾ ਤਹਿਸੀਲ ਬੋਰ ਨੂੰ ਉਹਨਾਂ ਵੱਲੋਂ ਖਰੀਦਗੀ ਕਿੰਨੂ ਦੀ ਕੇਅਰ ਮੈਸਰ ਹਿੰਦੁਸਤਾਨ ਫਾਰਮ ਡਾਇਰੈਕਟ ਪ੍ਰਾਈਵੇਟ ਲਿਮਟਿਡ ਨੂੰ ਵੇਚਣ ਸੰਬੰਧੀ ਮਾਰਕੀਟ ਕਮੇਟੀ ਬੋਰਡ ਵਿਖੇ ਰਿਕਾਰਡ ਪੇਸ਼ ਕਰਨ ਲਿਖਿਆ ਗਿਆ। ਇਸ ਸੰਬੰਧ ਵਿੱਚ ਨੋਕਵਾਲ ਵੱਲੋਂ ਜਵਾਬ ਵਿੱਚ ਦਿੱਤਾ ਗਿਆ ਕਿ ਮੈਂ ਜਿਹੜੀ ਕੇਅਰ ਹੈ ਇਹ ਕੰਪਨੀ ਨੂੰ ਵੇਚੀ ਹੈ। ਇੱਕ ਤਾਂ ਗੱਲ ਕਲੀਅਰ ਹੁੰਦੀ ਜਿਹੜੇ ਵਿਚੋਲੀਆਂ ਨੇ ਕੇਅਰ ਖਰੀਦੀ, ਜਿਹਦੇ ਲਈ ਅੱਜ ਕੰਪਨੀ ਮੁੱਕਰ ਰਹੀ ਹੈ, ਵਿਚੋਲੀਆਂ ਨੇ ਸਿੱਧਾ ਕਿਹਾ ਵੀ ਅਸੀਂ ਕੰਪਨੀ ਲਈ ਕੇਅਰ ਖਰੀਦੀ ਹੈ। ਠੀਕ ਹੈ। ਇੱਕ ਸਾਰਨਾ ਗੱਲ, ਦੋ ਗੱਲਾਂ ਕਲੀਅਰ ਵੀ ਇੱਕ ਤਾਂ ਸਕੱਤਰ ਸਾਹਿਬ ਦੇ ਧਿਆਨ 'ਚ ਸੀ, ਦੂਜੀ ਗੱਲ ਵਿਚੋਲੀਆਂ ਵੱਲੋਂ ਨੇ ਮੰਨਿਆ ਗਿਆ ਵੀ ਇਹ ਕੇਅਰ ਅਸੀਂ ਕੰਪਨੀ ਲਈ ਖਰੀਦੀ ਹੈ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹਦੇ ਲਈ ਲੀਗਲ ਓਪੀਨੀਅਨ ਲਿਆ, ਪੱਤਰ ਨੰਬਰ 350 18/6/2020 ਨੂੰ। ਲੀਗਲ ਓਪੀਨੀਅਨ ਲੈਣ ਤੋਂ ਬਾਅਦ ਇਹ ਸਾਰਾ ਮਾਮਲਾ ਲਿਖਿਆ ਗਿਆ ਕਿ ਭਾਰਤ ਸਰਕਾਰ ਵੱਲੋਂ 5/6/2020 ਨੂੰ ਜਾਰੀ ਕੀਤੇ ਆਰਡੀਨੈਂਸ ਦਾ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਐਂਡ ਪ੍ਰਮੋਸ਼ਨ ਐਂਡ ਫੈਸਿਲਿਟੇਸ਼ਨ
2020 ਅਧੀਨ ਜੇਕਰ ਫਰਮ ਟ੍ਰੇਡ ਏਰੀਆ ਵਿੱਚ ਇੰਟਰਾਸਟੇਟ ਖੇਤੀਬਾੜੀ ਜਿਨਸਾਂ ਦੀ ਖਰੀਦ ਵੇਚ ਕਰਦੀ ਹੈ ਤਾਂ ਫਰਮ ਨੂੰ PAPM ਐਕਟ 1961 ਅਧੀਨ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਮਾਰਕੀਟ ਫੀਸ ਭਰਨ ਤੋਂ ਵੀ ਛੋਟ ਦਿੱਤੀ ਜਾਂਦੀ ਹੈ। ਤਾਂ ਮਤਲਬ ਇਹ ਬਹੁਤ ਵੱਡਾ ਤੁਹਾਡੇ ਸਾਹਮਣੇ ਮੈਂ ਨਸ਼ਰ ਕਰ ਰਿਹਾ। ਇਸ ਤੋਂ ਵੱਡੀ ਮੰਦਭਾਗੀ ਘਟਨਾ ਕੋਈ ਨਹੀਂ ਹੋ ਸਕਦੀ। ਅੱਜ ਪੰਜਾਬ ਰਾਜ ਦੇ ਮੁੱਖ ਮੰਤਰੀ ਸਾਹਿਬ, ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ, ਸਾਡੇ ਮਾਨਯੋਗ ਹਰ ਇੱਕ ਪਾਰਟੀ ਦੇ, ਚਾਹੇ ਅਮਨ ਅਰੋੜਾ ਜੀ ਨੇ, ਚਾਹੇ ਮੰਨਾ ਜੀ ਨੇ, ਚਾਹੇ ਸੁਨੀਲ ਜਾਖੜ ਸਾਹਿਬ ਨੇ, ਹਰ ਇੱਕ ਬੰਦਾ ਪੰਜਾਬ ਦਾ ਜੋ ਖੇਤੀਬਾੜੀ ਨਾਲ ਸੰਬੰਧ ਰੱਖਦਾ ਉਹ ਅੱਜ ਪੂਰਾ ਜ਼ੋਰ ਲਾ ਰਿਹਾ। ਪਰ ਕੁਝ ਅਫਸਰ ਪੰਜਾਬ ਦੇ ਇਹਨਾਂ ਦੇ ਹੀ ਧੱਬੇ ਲਾਉਣ ਜਾ ਰਹੇ। ਇੱਕ ਬਹੁਤ ਮੱਕੜ ਜੀ ਮੰਦਭਾਗੀ ਘਟਨਾ। ਮੈਂ ਥੋੜਾ ਜਿਹਾ ਐਕਸਪਲੇਨ ਜੇ ਦਰਸ਼ਕਾਂ ਨੂੰ ਸੌਖੇ ਤਰੀਕੇ ਨਾਲ ਕਰੀਏ ਕਿ 4 ਸਾਲ ਤੋਂ ਕੰਪਨੀ ਲਾਇਸੈਂਸ ਨਹੀਂ ਸੀ, ਕੋਈ ਉਹਨੇ ਟੈਕਸ ਨਹੀਂ ਭਰਿਆ, ਮਾਰਕੀਟ ਫੀਸ ਜਿਹੜੀ ਹੈ ਉਹ ਭਰੀ ਨਹੀਂ ਭਰੀ। ਹੁਣ ਜਦੋਂ ਕੰਪਨੀ ਤੋਂ ਮੰਡੀ ਬੋਰਡ ਨੇ ਜਵਾਬ ਮੰਗਿਆ ਤੁਹਾਡੀ ਸ਼ਿਕਾਇਤ ਤੋਂ ਬਾਅਦ ਜਵਾਬ ਮੰਗਦੀ ਹੈ ਕਿ ਕਿਉਂ ਨਹੀਂ ਭਰਿਆ, ਤਾਂ ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਕਹਿੰਦੇ ਆ ਕਿ ਇਹਦੀ ਲੋੜ ਨਹੀਂ। ਇਹੀ ਹੋਇਆ। ਤਾਂ ਹੁਣ ਉਹਦੇ ਅਗੇਂਸਟ ਸਰਕਾਰ ਕੀ ਕਰ ਰਹੀ ਹੈ ਅੱਗੇ, ਇਸ ਤੋਂ ਬਾਅਦ ਕੀ ਹੁੰਦਾ? ਜਦੋਂ ਮੱਕੜ ਸਾਹਿਬ ਇਹ ਆਰਡਰ ਮੇਰੇ ਹੱਥ ਵਿੱਚ ਆਇਆ, ਮੈਂ 12/10/2020 ਨੂੰ ਫਿਰ ਦੁਬਾਰਾ DC ਸਾਹਿਬ ਫਾਜ਼ਿਲਕਾ ਉਹਨਾਂ ਨੂੰ ਫਿਰ ਮੈਂ ਲੈ ਕੇ ਆਇਆ ਤੇ ਇੱਕ DMO ਜਿਹੜੇ ਫਾਜ਼ਿਲਕਾ ਸੀਗੇ ਜਗਰੂਪ ਸਿੰਘ, ਉਹਨਾਂ ਨੂੰ ਮੈਂ ਦੇ ਕੇ ਵੀ ਮੈਂ ਤੁਹਾਡੇ ਇਸ ਆਰਡਰ ਨਾਲ ਸਹਿਮਤ ਨਹੀਂ, ਆਪਦੇ ਹੈਂਡ ਰਿਟਨ ਦੇ ਕੇ ਵੀ ਇਹਦੀ ਪੜਤਾਲ ਦੁਬਾਰਾ ਕੀਤੀ ਜਾਵੇ। ਤੇ ਨਾ ਹੀ ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਨਾ ਹੀ ਉਹਨਾਂ ਨੇ ਲਾਲ ਸਿੰਘ ਜੀ ਤੇ ਨਾ ਹੀ ਮੰਡੀ ਬੋਰਡ ਦੇ ਜਿਹੜੇ ਡਾਇਰੈਕਟਰ ਨੇ ਰਵੀ ਭਗਤ ਜੀ ਕੋਈ ਸਪੈਸ਼ਲ ਮਤਲਬ ਕੀ ਪਰਮਿਸ਼ਨ ਲਈ ਹੈ ਵੀ ਉਹਨਾਂ ਨੂੰ ਕੋਈ ਐਗਜ਼ੈਂਪਟ ਕਰ ਦਿੱਤਾ ਜਾਵੇ। ਤੇ ਮੰਡੀ ਬੋਰਡ ਐਕਟ ਦੇ ਵਿੱਚ ਕਿਤੇ ਵੀ ਇਸ ਕੇਅਰ ਦੀ ਐਗਜ਼ੈਂਪਸ਼ਨ ਬਾਰੇ ਜ਼ਿਕਰ ਨਹੀਂ ਹੈ, ਜਿਹੜੀ ਕਿ ਮੇਰੇ ਕੋਲ RTI ਸਾਰੇ ਸਬੂਤ ਨੇ। ਇਹਨਾਂ ਨੇ ਕਲੀਅਰ ਕੱਟ ਮੰਨਿਆ ਵੀ ਆ ਐਗਜ਼ੈਂਪਸ਼ਨ ਨਹੀਂ ਗੀ। ਇਹਦੇ ਵਿੱਚ ਆਨਨ ਫਾਨਨ ਦੀ ਗੱਲ ਚੱਲਣ ਤੋਂ ਬਾਅਦ ਇਹਨਾਂ ਨੇ ਇੱਕ ਬਹੁਤ ਆਹ ਘਟਨਾ ਦੇਖਣ ਵਾਲੀ ਹੈ। ਇਹਨਾਂ ਨੇ ਫਿਰ ਇੱਕ ਚਿੱਠੀ ਕੱਢਤੀ 16/10 ਨੂੰ, ਜਿਹਦੇ 'ਚ ਲਿਖਿਆ ਵੀ ਇਹ ਕੰਪਨੀ ਖੇਤੀਬਾੜੀ ਉਪਜ ਮੰਡੀ ਐਕਟ ਦੀ ਉਲੰਘਣਾ ਕਰਦੀ ਹੈ। ਜਦੋਂ ਮੈਂ ਦੁਬਾਰਾ ਕਿਹਾ ਨੇ ਕਿ ਉਲੰਘਣਾ ਨਾਲ ਦੇ ਉਹਨੂੰ ਯੂ ਟਰਨ ਲੈ ਕੇ ਫਾਰਮਰ ਪ੍ਰੋਡਿਊਸ ਟ੍ਰੇਡ ਕਮਰਸ ਆਰਡੀਨੈਂਸ 2020 ਦਾ ਹਵਾਲਾ ਦੇ ਕੇ ਲਿਖਿਆ ਕਿ ਉਸ ਵੱਲੋਂ ਕੀਤੇ ਗਏ ਟ੍ਰੇਡ ਤੇ ਫੀਸ ਨਹੀਂ ਲੱਗਦੀ। ਇਸ ਆਰਡੀਨੈਂਸ 5/6/20 ਨੂੰ ਜਾਰੀ ਹੋਇਆ, ਇਸ ਲਈ ਪ੍ਰਾਪਤ ਸ਼ਿਕਾਇਤ ਦੀ ਕਾਪੀ ਆਪ ਨੂੰ ਭੇਜ ਲਿਖਿਆ ਜਾਂਦਾ ਕਿ ਫਰਮ ਤੋਂ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਦੇ ਕੀਤੇ ਕੰਮ ਦੀ ਪੜਤਾਲ ਕਰਕੇ 7 ਦਿਨ ਅੰਦਰ ਭੇਜੇ। ਇਟ ਮੀਨਸ 5 ਤਰੀਕ ਤੋਂ ਪਹਿਲਾਂ ਮੰਨ ਰਹੇ, ਉਸ ਤੋਂ ਬਾਅਦ ਆਰਡੀਨੈਂਸ ਇਟ ਮੀਨਸ ਸਰਕਾਰ ਮੰਨ ਚੁੱਕੀ ਹੈ ਵੀ ਉਸ ਤੋਂ ਬਾਅਦ ਕੰਪਨੀ ਨੇ ਕਾਰੋਬਾਰ ਤਾਂ ਅੱਜ ਤੱਕ ਕਰ ਰਹੀ ਹੈ। ਇਟ ਮੀਨਸ 5 ਤੱਕ ਹੀ ਕਿਉਂ ਲੈ ਗਏ, ਉਸ ਤੋਂ ਬਾਅਦ ਦਾ ਕਿਉਂ ਨਹੀਂ ਪੰਜਾਬ ਸਰਕਾਰ ਵਸੂਲਣ ਜਾ ਰਹੀ। ਇਹ ਮੱਕੜ ਜੀ ਬਹੁਤ ਗੱਲਾਂ ਨੇ। ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ 5 ਜੂਨ ਤੋਂ ਪਹਿਲਾਂ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਮਤਲਬ ਸਰਕਾਰ ਮੰਨ ਰਹੀ ਹੈ ਕਿ ਕਾਨੂੰਨ ਜਿਹੜੇ ਆ ਗਏ ਜਾਂ ਅਫਸਰ ਡਰ ਰਹੇ ਹੈ? ਮੱਕੜ ਜੀ ਅਫਸਰ ਬਿਲਕੁਲ ਡਰ ਰਹੇ ਹੈ। ਜਦੋਂ 12 ਤਰੀਕ ਨੂੰ ਮੈਂ ਦੁਬਾਰਾ ਹੈਂਡ ਰਿਟਨ ਦੇ ਕੇ ਆਇਆ ਤਾਂ ਸਾਰੇ ਮੰਡੀ ਬੋਰਡ ਦੇ ਵਿੱਚ ਮਤਲਬ ਕਿ ਭਗਦੜ ਮਚ ਗਈ। ਮੰਡੀ ਬੋਰਡ ਦੇ ਅਫੀਸਰਸ ਨੂੰ ਜਵਾਬ ਦੇਣਾ ਔਖਾ ਹੋ ਗਿਆ ਕਿਉਂਕਿ ਇਹ ਮਹਿਕਮਾ ਸਿੱਧੇ ਤੌਰ ਤੇ ਪੰਜਾਬ ਰਾਜ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਜੀ। ਮੈਂ ਫਿਰ 15 ਅਕਤੂਬਰ ਨੂੰ 19 ਦਾ ਸੈਸ਼ਨ ਸੀ। ਮੈਂ 15 ਅਕਤੂਬਰ ਨੂੰ ਮਾਨਯੋਗ ਪੰਜਾਬ ਨੂੰ CMO ਤੇ ਮੇਲ ਕੀਤੀ। ਮੈਂ ਪੰਜਾਬ ਰਾਜ ਦੇ ਵਿੰਨੀ ਮਹਾਜਨ ਜੀ ਨੂੰ ਵੀ ਇਹਦੇ ਲਈ WhatsApp ਕੀਤਾ, ਰਵੀਨ ਠਕਰਾਲ ਜੀ ਨੂੰ ਵੀ WhatsApp ਕੀਤਾ ਵੀ ਆ ਪੰਜਾਬ ਤੁਸੀਂ ਸੈਸ਼ਨ ਬੁਲਾਉਣ ਜਾ ਰਹੇ ਹੋ ਤੇ ਤੁਹਾਡੇ ਅਫੀਸਰਸ ਤਾਂ ਥੱਲੇ ਕਾਨੂੰਨ ਲਾਗੂ ਕਰੀ ਬੈਠੇ। ਅੱਛਾ। ਜਦੋਂ ਅਫੀਸਰਸ ਤੇ ਇਹ ਗਾਜ ਆਈ, ਮੈਂ ਸਿੱਧਾ ਲਿਖਿਆ ਵੀ ਅੱਜ ਪੰਜਾਬ is fighting fierce battle for the rights of farmers. Some of our office will have already admitted Modi ordinance without government notifications. ਮੈਂ ਸਿੱਧਾ ਲਿਖਿਆ ਵੀ CM ਸਾਹਿਬ ਵੀ ਤੁਸੀਂ ਤਾਂ ਅੱਜ ਸੜਕਾਂ ਤੇ ਹੋ, ਤੁਸੀਂ ਕਿਸਾਨੀ ਦਾ ਸੰਘਰਸ਼ ਕਰ ਰਹੇ ਹੋ ਤੇ ਤੁਹਾਡੇ ਅਫੀਸਰ ਵੀ ਕਾਨੂੰਨ ਲਾਗੂ ਕਰ ਰਹੇ ਹੈ। ਇਹ ਬਹੁਤ ਮੰਦਭਾਗੀ ਘਟਨਾ। ਮੈਂ ਕਹਿੰਦਾ ਕਾਨੂੰਨ ਲਾਗੂ ਕਿਵੇਂ ਹੁੰਦਾ? ਥੋੜਾ ਇਹ ਦੇਸੀ ਭਾਸ਼ਾ 'ਚ ਸਾਨੂੰ ਇਹ ਸਮਝਾਓ ਵਕੀਲ ਸਾਹਿਬ ਕਿ ਇਹ ਲਾਗੂ ਕਿਵੇਂ, ਇਸ ਘਟਨਾ ਤੋਂ ਬਾਅਦ ਬਾਕੀਆਂ ਤੇ ਕਿਵੇਂ ਲਾਗੂ ਹੋ ਜਾਊਗਾ? ਦੇਖੋ ਅੱਜ ਮੱਕੜ ਸਾਹਿਬ ਮੰਡੀ ਬੋਰਡ ਨੇ ਆਪਦੇ ਆਪ ਨੂੰ ਬਚਾਉਣ ਲਈ ਮੇਰੀ ਕੰਪਲੇਂਟ, ਨਵੀਂ ਕੰਪਲੇਂਟ ਤੋਂ ਬਾਅਦ ਜਦੋਂ ਮੈਂ ਸਹਿਮਤ ਨਹੀਂ ਹੋਇਆ ਆਰਡਰ ਦੇ ਨਾਲ, ਕੰਪਨੀ ਨੂੰ ਫਿਰ ਇੱਕ ਓਪਰਚੁਨਿਟੀ ਦਿੱਤੀ, ਲਾਸਟ ਵਾਰੀ ਮੌਕਾ ਦਿੱਤਾ ਵੀ ਤੁਸੀਂ ਦੁਬਾਰਾ ਆਪਦਾ ਪੱਖ ਰੱਖੋ। ਬਿਲਕੁਲ। ਕੰਪਨੀ ਨੇ ਕਿਹਾ ਵੀ ਸਾਡੇ ਤਾਂ ਉੱਥੇ ਕੋਈ ਕਲੈਕਸ਼ਨ ਸੈਂਟਰ ਹੀ ਹੈ ਨਹੀਂ, ਤੁਹਾਨੂੰ ਮੈਂ ਦੱਸ ਰਿਹਾ। ਤੇ ਅੱਜ ਜਿਹੜੇ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਹੈ ਉਹਨਾਂ ਨੇ ਫਿਰ ਲਾਸਟ ਤਿਆਰੀ ਕਰ ਲਈ ਹੈ ਵੀ ਇਹਦੇ ਤੇ ਇਸ ਬੇਨਤੀ ਕੀਤੀ ਜਾਂਦੀ ਹੈ ਵੀ ਆ ਕਾਨੂੰਨ ਲਾਗੂ ਨਹੀਂ ਕੀਤਾ ਗਿਆ, ਬਾਕੀ ਬਣਦੀ ਕਾਰਵਾਈ ਜਾਰੀ ਹੈ। ਇਸ ਲਈ ਪੱਤਰ ਨੂੰ ਦੁਬਾਰਾ ਰਿਵਿਊ ਕਰਨ ਦੀ ਖੇਚਲ ਕੀਤੀ ਜਾਵੇ ਤਾਂ ਕਿ ਕੰਪਨੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਕਿਹਨੇ ਲਿਖਿਆ ਜੀ? ਇਹ ਮੰਡੀ ਬੋਰਡ ਨੇ ਇੱਕ ਸਾਰਾ ਕੰਕਲੂਜਨ ਕੱਢ ਕੇ ਅੱਜ ਦੀ ਡੇਟ ਦੇ ਵਿੱਚ ਹਜੇ ਤੱਕ ਮੰਡੀ ਬੋਰਡ ਦੇ
ਡਾਇਰੈਕਟਰ ਮੰਡੀ ਬੋਰਡ ਤੇ ਟੇਬਲ ਤੇ ਪਿਆ, ਦੁਬਾਰਾ ਓਪੀਨੀਅਨ ਮੰਗਿਆ, ਲੀਗਲ ਓਪੀਨੀਅਨ ਮੰਗਿਆ ਜਾ ਰਿਹਾ। ਠੀਕ ਹੈ। ਇਹ ਸਾਰਾ ਕੁਝ ਮੱਕੜ ਸਾਹਿਬ ਅੱਜ ਦੀ ਰੇਟ 'ਚ ਅਫੀਸਰ ਆਪਣੇ ਆਪ ਨੂੰ ਬਚਾਉਣ ਲਈ ਕਰ ਰਹੇ ਆ। ਠੀਕ ਹੈ। ਇਹਦਾ ਕਾਰਨ ਇਹ ਹੈ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸੈਕਟਰੀ ਸਾਹਿਬ ਕਹਿ ਰਹੇ ਆ ਵੀ ਮੇਰੀ ਇਹਦੇ ਪ੍ਰਤੀ ਡਾਇਰੈਕਟਰ ਸੈਕਟਰੀ ਮੰਡੀ ਬੋਰਡ ਨਾਲ ਵੀ ਗੱਲ ਹੋਈ, ਲੀਗਲ ਓਪੀਨੀਅਨ ਵੀ ਹੋ ਗਿਆ, ਆਰਡਰ ਵੀ ਜਾਰੀ ਹੋ ਗਿਆ। ਅੱਜ ਜਦੋਂ ਮਾਮਲਾ ਤੁਹਾਡੇ ਵਰਗੇ ਮਤਲਬ ਕਿ ਸਿਰਮੌਰ ਪੱਤਰਕਾਰਾਂ ਦੇ ਹੱਥ ਵਿੱਚ ਆਇਆ ਜਾਂ ਪੰਜਾਬ ਦੀਆਂ ਖਬਰਾਂ ਨਸ਼ਰ ਹੋਈਆਂ ਤਾਂ ਉਦੋਂ ਇਹ ਮਾਮਲੇ ਨੂੰ ਸਮੇਟਣ ਲਈ ਮੰਡੀ ਬੋਰਡ ਅੱਜ ਕੰਪਨੀ ਤੇ ਕਾਨੂੰਨੀ ਕਾਰਵਾਈ ਕਰਕੇ ਆਪਦਾ ਪਿੱਛਾ ਛੁਡਾ ਰਿਹਾ। ਠੀਕ ਹੈ। ਪਰ ਮੈਂ ਤੁਹਾਨੂੰ ਇਹ ਜਾਣਕਾਰੀ, ਮੇਰੇ ਸਾਰੇ ਕਿਸਾਨ ਵੀਰ ਨੇ, ਮੈਂ ਵੀ ਇੱਕ ਵਕੀਲ ਜਾਂ ਡਾਕਟਰੇਟ ਹੋਣ ਤੋਂ ਪਹਿਲਾਂ ਕਿਸਾਨੀ ਨਾਲ ਸੰਬੰਧ ਰੱਖਦਾ। ਇਹ ਕੰਮ ਜਿਹੜਾ ਕੰਮ ਅੱਜ ਮੰਡੀ ਬੋਰਡ ਕਰਨ ਜਾ ਰਿਹਾ ਹੈ, ਇਹ ਕੰਮ ਮੈਨੂੰ ਵੀ ਮੱਕੜ ਸਾਹਿਬ ਕਰਨਾ ਆਉਂਦਾ। ਮੈਂ ਵੀ ਹਾਈ ਕੋਰਟ ਜਾ ਕੇ PIL ਪਾ ਸਕਦਾ ਸੀ, ਕਹਿ ਸਕਦਾ ਸੀ ਵੀ ਤੁਸੀਂ ਰਿਕਵਰੀ ਕਰੋ। ਪਰ ਜਦੋਂ ਵੀ ਆਪਾਂ ਹਾਈ ਕੋਰਟ ਜਾਵਾਂਗੇ, ਹਾਈ ਕੋਰਟ ਮੋਦੀ ਸਾਹਿਬ ਵਾਲੇ, ਕਿਉਂਕਿ ਸੈਂਟਰ ਦੇ ਕਾਨੂੰਨ ਨੇ, ਬਿਲਕੁਲ ਉਹਨਾਂ ਦੇ ਆਧਾਰ ਤੇ ਫੈਸਲੇ ਦੇਊਗੀ, ਨਾ ਕਿ ਕੈਪਟਨ ਸਾਹਿਬ ਵੱਲੋਂ ਪ੍ਰਪੋਜ਼ ਕੀਤੇ ਕਾਨੂੰਨਾਂ ਦੇ। ਬਿਲਕੁਲ ਠੀਕ ਹੈ। ਇਸ ਲਈ ਜਦੋਂ ਵੀ ਜਾਵਾਂਗੇ, ਇਸ ਕੰਪਨੀ ਨੂੰ ਜਦੋਂ ਆਪਾਂ 2 ਕਰੋੜ 80 ਲੱਖ ਰੁਪਈਆ ਮੰਡੀ ਫੀਸ ਮੰਗਾਂਗੇ ਤੇ ਉਹਨਾਂ ਹੀ ਜੁਰਮਾਨਾ ਮੰਗਾਂਗੇ। ਮੰਡੀ ਉਹ ਕੰਪਨੀ ਆਪਦੀ FIR ਤੇ ਕੰਪਨੀ ਆਪਦੇ ਪੈਸੇ ਭਰਨ ਤੋਂ ਬਚਣ ਲਈ ਹਾਈ ਕੋਰਟ ਦਾ ਰੁਖ ਕਰੂਗੀ। ਆ ਮੈਂ ਤੁਹਾਨੂੰ ਯਕੀਨਨ ਕਹਿ ਸਕਦਾ ਇੱਕ ਵਕੀਲ ਹੋਣ। ਬਿਲਕੁਲ ਠੀਕ ਹੈ। ਜਦੋਂ ਕੰਪਨੀ ਨੂੰ ਇਹਦੇ ਇਸ ਕੇਸ ਦੇ ਵਿੱਚ ਸਟੇ ਮਿਲਣਾ ਤੈਅ। ਠੀਕ ਹੈ। ਜਦੋਂ ਉਹ ਸਟੇ ਹੋ ਗਿਆ, ਜਿਹੜਾ ਰਾਜ ਦਾ 10 ਲੱਖ ਟਨ ਕਿੰਨੂ ਦੀ ਫਸਲ ਜਿਹਦੀ ਕੀਮਤ ਨੀਅਰ ਅਬਾਊਟ 10 ਤੋਂ 12,000 ਕਰੋੜ ਹੁੰਦੀ ਹੈ, ਜਿਹਦੇ ਤੋਂ ਪੰਜਾਬ ਰਾਜ ਨੂੰ 30 ਤੋਂ 35 ਕਰੋੜ ਮਾਲੀਆ ਆਉਣ ਦੀ ਤਿਆਰ ਖੜਾ ਹੈ ਆਏ ਸਾਲ ਉਹ ਆਉਣ ਲਈ ਖੜਾ ਹੈ, ਉਹ ਵੀ ਨਾਲ ਸਟੇ ਹੋ ਜਾਊਗਾ। ਪੰਜਾਬ ਰਾਜ ਦੇ ਅਫਸਰ ਸਿਰਫ ਤੇ ਸਿਰਫ ਅੱਖਾਂ ਧੋਣ ਲਈ ਪੰਜਾਬ ਸਰਕਾਰ ਦੇ ਮਾਲੀਏ ਦਾ ਨੁਕਸਾਨ ਕਰਨ ਜਾ ਰਹੇ ਆ, ਸਿਰਫ ਕੰਪਨੀ ਵਿਰੁੱਧ ਅੱਖਾਂ ਧੋਣ ਲਈ ਕਾਰਵਾਈ ਕਰਨ ਦੇ ਲਈ। ਇਹ ਕੰਮ ਮੈਨੂੰ ਵੀ ਕਰਨਾ ਆਉਂਦਾ ਸੀ, ਪਰ ਪੰਜਾਬ ਦੀ ਕਿਸਾਨ ਦਾ ਪੁੱਤ ਹੋਣ ਨਾਤੇ ਜਿਹੜੀ ਲੜਾਈ ਅੱਜ ਕੈਪਟਨ ਅਮਰਿੰਦਰ ਸਿੰਘ ਲੜ ਰਹੇ ਆ, ਚੌਧਰੀ ਸੁਨੀਲ ਜਾਖੜ ਜੀ ਲੜ ਰਹੇ ਆ, ਚਾਹੇ ਭਗਵੰਤ ਮਾਨ ਜੀ ਨੇ, ਚਾਹੇ ਸਾਡੇ ਅਮਨ ਅਰੋੜਾ ਜੀ ਨੇ, ਚਾਹੇ ਮੰਨਾ ਜੀ ਨੇ, ਜਿਨ੍ਹਾਂ ਨੇ ਵੀ ਇਸ ਲੜਾਈ ਦੇ ਵਿੱਚ ਯੋਗਦਾਨ ਪਾਇਆ, ਮੈਂ ਉਹਨਾਂ ਸਭ ਦਾ ਧੰਨਵਾਦ ਕਰਦਾ। ਮੈਂ ਅੱਜ ਜਦੋਂ ਤੁਹਾਡੇ ਸਟੂਡੀਓ ਤੱਕ ਆਇਆ, ਰਸਤੇ 'ਚ ਸਾਰੇ ਟੋਲ ਟੈਕਸਾਂ ਤੇ ਜ਼ਿਮੀਂਦਾਰ ਠੰਡ ਦੇ ਵਿੱਚ ਬੈਠੇ ਸੀ, ਮੈਂ ਉਹਨਾਂ ਵੱਲ ਵੇਖਦਾ ਤੇ ਮੈਂ ਇਹੀ ਸਰਕਾਰ ਨੂੰ, ਕੈਪਟਨ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਤੁਹਾਡੇ ਰਾਹੀਂ ਵੀ ਇਹਨੂੰ ਜੋ ਵੀ ਸਟੈਪ ਤੁਹਾਡੇ ਆਫੀਸਰਸ ਲੈਣ ਜਾ ਰਹੇ ਆ, ਮੇਰੇ ਬਹੁਤ ਹੀ ਸਤਿਕਾਰਯੋਗ ਨੇ ਇਹ ਜੀ ਪੰਜਾਬ ਸ਼੍ਰੀ ਅਤੁਲ ਨੰਦਾ ਜੀ, ਬਿਲਕੁਲ ਉਹਨਾਂ ਨਾਲ ਬਿਲਕੁਲ ਡੀਪ ਤੌਰ ਤੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਕੋਈ ਸਟੈਪ ਲਿਆ ਜਾਵੇ। ਕਿਤੇ ਅਫਸਰ ਬਚਾਉਣ ਦੀ ਚੱਕਰ ਵਿੱਚ ਆਪਾਂ ਪੰਜਾਬ ਰਾਜ ਦਾ ਮਾਲੀਆ ਤੇ ਆਪਦੇ ਤੱਕ ਬਹੁਤ ਵੱਡਾ ਹੋਰ ਆਉਣ ਵਾਲਾ ਧੱਬਾ ਨਾਲ ਲਵਾ ਬੈਠੀਏ। ਇਸ ਲਈ ਮੈਂ ਤੁਹਾਡੇ ਤਾਂ ਇਹ ਨੁਕਸਾਨ ਕਿਵੇਂ ਹੋਊਗਾ ਜਦੋਂ ਕੰਪਨੀ ਹਾਈ ਕੋਰਟ ਚਲੀ ਜਾਊਗੀ? ਹਾਈ ਕੋਰਟ ਮੰਨ ਲਓ ਸਟੇ ਕਰ ਦਿੰਦੀ ਹੈ ਇਹਦੇ ਤੇ ਕਿ ਨਵੇਂ ਕਾਨੂੰਨ ਤਾਂ ਮੋਦੀ ਸਾਹਿਬ ਨੇ ਜਿਹੜੇ ਬਣਾਏ ਆ, ਉਹ ਤਾਂ ਕਹਿੰਦੇ ਆ ਵੀ ਤੁਸੀਂ ਨਾ ਲਾਇਸੈਂਸ ਦੀ ਲੋੜ ਹੈ ਤੇ ਨਾ ਤੁਹਾਨੂੰ ਟੈਕਸ ਪੇ ਕਰਨ ਦੀ ਲੋੜ ਹੈ। ਜੇ ਉਹ ਕੰਪਨੀ ਦੇ ਹੱਕ 'ਚ ਚਲਾ ਜਾਂਦਾ ਇਹ, ਤਾਂ ਕੀ ਕੱਲ ਨੂੰ ਕੋਈ ਵੀ ਬੰਦਾ ਉਹਦੇ ਬਿਹਾਫ ਤੇ ਇਹ ਲੜਾਈ ਲੜ ਸਕਦਾ ਕਿ ਅਸੀਂ ਤਾਂ ਟੈਕਸ ਨਹੀਂ ਪੇ ਕਰਾਂਗੇ? ਕੋਰਟ ਦੀ ਇਹਦੇ ਤੇ ਪਹਿਲਾਂ ਜਜਮੈਂਟ ਆ ਚੁੱਕੀ ਹੈ। ਮੈਂ ਕੱਲ ਹੀ ਫਾਰਮਰ ਆ, 30-35 ਕਿੱਲੇ ਕਿੰਨੂ ਦਾ ਖੇਤੀਬਾੜੀ ਮੇਰੇ ਕੋਲੇ ਵੀ ਹੈ। ਮੈਂ ਕੱਲ ਹੀ ਆਪਦੀ ਕੇਅਰ ਵੇਚ ਕੇ ਜਿਹਦਾ ਜੇ ਫਾਰਮ ਮੇਰੇ ਕੋਲੇ ਮੌਜੂਦ ਹੈ, ਮੇਰੀ ਫਾਈਲ ਦੇ ਵਿੱਚ ਮੇਰੇ ਕੋਲੇ ਮੌਜੂਦ ਹੈ। ਮੈਂ ਕੱਲ ਵੀ 4% ਭਰ ਕੇ ਆਇਆ ਮੱਕੜ ਸਾਹਿਬ। ਜਦੋਂ ਕੰਪਨੀ ਨੂੰ ਉਹ RDF ਤੇ ਮੰਡੀ ਫੀਸ ਭਰਨ ਤੋਂ ਛੋਟ ਦਿੱਤੀ ਜਾਊਗੀ ਤੇ ਇਟ ਮੀਨਸ ਉਹ ਸਿੱਧਾ ਇਫੈਕਟ ਜਿਹੜੇ ਜੇ ਫਾਰਮਾਸੀ ਭਰੇ ਆ, ਕੋਈ ਨਾ ਕੋਈ ਉਹਦੇ ਤੇ ਵੀ ਸਟੇ ਮੰਗਣ ਲਈ ਹਾਈ ਕੋਰਟ ਦਾ ਰੁਖ ਕਰੋ। ਸ਼ਰਾਰਤ ਵੀ ਹੋ ਸਕਦੀ ਹੈ। ਬਿਲਕੁਲ ਠੀਕ ਹੈ। ਇਸ ਕਰਕੇ ਜਦੋਂ ਵੀ ਕੋਈ ਸ਼ਰਾਰਤ, ਕਿਉਂਕਿ ਹਰ ਇੱਕ ਬੰਦਾ ਆਪਣੀ ਡਫਲੀ ਵਜਾ ਰਿਹਾ, ਜਦੋਂ ਇੱਕ ਵੀ ਸ਼ਰਾਰਤ ਹੋ ਗਈ ਤਾਂ ਕੰਪਨੀ ਦੇ ਆਰਡਰ ਦੇ ਬੇਸ ਤੇ ਨੈਕਸਟ ਡੇ ਹੋਣਾ ਬਿਲਕੁਲ ਯਕੀਨਨ ਹੈ ਤੇ ਤੈਅ। ਇਸ ਕਰਕੇ ਇਹ ਲੜਾਈ ਬਹੁਤ ਸੋਚ ਸਮਝ ਤੇ ਬਹੁਤ ਤਰੀਕੇ ਨਾਲ ਲੜਨ ਦਾ ਵੇਲਾ, ਨਾ ਕਿ ਆਨੰਦ ਫਾਨਨ ਦੇ ਵਿੱਚ ਅਫਸਰਾਂ ਨੂੰ ਬਚਾਉਣ ਦਾ ਵੇਲਾ। ਤਾਂ ਇਹਦੇ 'ਚ ਮੰਡੀ ਬੋਰਡ ਦੀ ਗਲਤੀ ਕਿੱਥੇ ਰਹਿ ਗਈ? ਪੂਰੇ ਜੇ ਆਪਾਂ ਸਿਨੈਰੀਓ ਨੂੰ ਦੇਖੀਏ ਤਾਂ ਉਹਨਾਂ ਦੀ ਕੀ ਪਹਿਲਾਂ 3 ਸਾਲ ਕੰਪਨੀ ਨੇ ਪੇ ਨਹੀਂ ਕੀਤਾ ਜਾਂ ਲਾਇਸੈਂਸ ਨਹੀਂ ਲਿਆ, ਪਤਾ ਨਹੀਂ ਲੱਗਿਆ, ਜਾਂ ਨੈਗਲੀਜੈਂਸੀ, ਜਾਂ ਫਿਰ ਕਿਤੇ ਮਿਲੀ ਭੁਗਤ ਵੀ ਹੋ ਸਕਦੀ ਹੈ? ਮੱਕੜ ਸਾਹਿਬ, ਇਹਦੇ ਬਾਰੇ ਮੈਂ ਤੁਹਾਡੇ ਸਟੂਡੀਓ ਰਾਹੀਂ ਸਿੱਧੇ ਕਿਸੇ ਤੇ ਸਵਾਲ ਤਾਂ ਪੈਦਾ ਨਹੀਂ ਕਰਨਾ ਚਾਹੁੰਦਾ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਸੁਨੀਲ ਜਾਖੜ ਜੀ, ਉਹਨਾਂ ਦਾ ਹਲਕਾ ਪੈਂਦਾ ਤੇ ਸਿੱਧਾ ਚਾਹੇ ਉਹਨਾਂ ਦੇ ਆਫੀਸਰਸ ਉਹਨਾਂ ਦੇ ਹੇਠ ਕੰਮ ਕਰਦੇ ਆ। ਕੈਪਟਨ ਸਾਹਿਬ ਉਸ ਮਹਿਕਮੇ ਦੇ ਇੰਚਾਰਜ ਨੇ, ਲਾਲ ਸਿੰਘ ਜੀ ਬਹੁਤ ਸੁਲਝੇ ਹੋਏ ਚੇਅਰਮੈਨ ਨੇ, ਤੇ ਮੈਂ ਇਸ ਬਾਰੇ ਤੁਹਾਨੂੰ ਯਕੀਨਨ ਤੌਰ ਤੇ ਤਾਂ ਨਹੀਂ ਕਹਿ ਸਕਦਾ, ਪਰ ਇਹ ਨੈਗਲੀਜੈਂਸ ਬਹੁਤ ਹੀ ਵੱਡੀ
ਤੇ ਸ਼ਾਇਦ ਅਫਸਰਾਂ ਨੂੰ ਇਹ ਸੀ ਵੀ ਆ ਸਾਈਡ ਬਾਈ ਸਾਈਡ ਪੈਰਲਰ ਮੰਡੀ ਰਾਹੀਂ ਕੰਮ ਹੋ ਰਿਹਾ ਸੀ। ਤੁਹਾਡੇ ਕੋਲੇ ਸ਼ਾਇਦ ਵੀਡੀਓਜ਼ ਮੈਂ ਤੁਹਾਨੂੰ ਉਪਲਬਧ ਕਰਾਉਂਗਾ ਵੀ ਇਹਦੇ ਬਾਰੇ ਕਿਹੜਾ ਕਿਸੇ ਨੂੰ ਕੋਈ ਜਾਣਕਾਰੀ ਹੈ। ਜੇ ਕਿਤੇ ਕਰੋਨਾ ਨਾ ਆਉਂਦਾ ਤੇ ਆਹ ਕੰਪਨੀ ਉਹ ਕਲੈਕਸ਼ਨ ਸੈਂਟਰ ਖਲੋਣ ਲਈ ਹਾਈ ਕੋਰਟ ਨਾ ਜਾਂਦੀ ਤਾਂ ਸ਼ਾਇਦ ਇਹ ਮਾਮਲਾ ਮੇਰੇ ਧਿਆਨ ਵਿੱਚ ਵੀ ਨਹੀਂ ਆਉਣਾ ਸੀ। ਤਾਂ ਪੈਰਲਲ ਮੰਡੀ ਤੋਂ ਕੀ ਭਾਵ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਪੈਰਲਲ ਮੰਡੀ ਚੱਲ ਰਹੀ ਸੀ? ਪੈਰਲਰ ਮੰਡੀ ਸਾਡੇ ਨਾਲ ਪਿੰਡ ਹੈ ਧਰਮਪੁਰਾ, ਉੱਥੇ ਉਹਨਾਂ ਨੇ 20 ਏਕੜ ਜ਼ਮੀਨ ਠੇਕੇ ਤੇ ਲਈ। ਠੀਕ ਹੈ। ਠੇਕੇ ਤੇ ਲੈ ਕੇ ਇੱਕ ਵੈਕਸਿੰਗ ਪਲਾਂਟ ਸੀ, ਜਿਵੇਂ ਆਪਣੀ ਕਣਕ ਜਾਂ ਝੋਨੇ ਦੀ ਆਪਾਂ ਗੱਟੇ ਭਰਦੇ ਹਾਂ, ਜਿਵੇਂ ਆਪਣੀ ਤਲਾਈ ਹੁੰਦੀ ਹੈ ਪ੍ਰੋਪਰ ਉਸ ਤਰੀਕੇ ਨਾਲ ਉੱਥੇ ਟਰਾਲੀਆਂ ਲੱਗਦੀਆਂ ਸੀ, ਕੁੱਪਣ ਮਿਲਦੇ ਸੀ, ਕੁੱਪਣ ਟੈਂਟ ਲੱਗਦਾ ਸੀ, ਤੁਹਾਨੂੰ ਸਵੇਰੇ ਜਾ ਕੁੱਪਣ ਲੈਣੇ ਪੈਂਦੇ ਸੀਗੇ, ਟਰਾਲੀਆਂ ਲੱਗਦੀਆਂ ਸੀ, ਬੰਦੇ ਹੁੰਦੇ ਸੀ, ਲੇਬਰ ਹੁੰਦੀ ਸੀ ਉਸ ਪਿੰਡ 'ਚ। ਉਸ 20 ਕਿੱਲੇ ਜਿਹੜਾ ਬੰਦਾ ਉਹ ਸਾਰਾ ਕਾਰੋਬਾਰ ਕੰਪਨੀ ਦੇ ਬਿਹਾਫ ਤੇ ਦੇਖਦਾ ਸੀ। ਅੱਛਾ। 20 ਕਿੱਲਿਆਂ ਦੇ ਵਿੱਚ 20 ਕਿੱਲੇ ਬਹੁਤ ਵੱਡੀ ਥਾਂ ਹੁੰਦੀ ਹੈ ਜਿੱਥੇ ਉਹ ਸਟੋਰ ਕਰਦੇ ਸੀ। ਠੀਕ ਹੈ। ਸਟੋਰ ਕਰਕੇ ਇੱਥੋਂ ਟਰੱਕ ਲੋਡ ਹੋ ਕੇ ਉਹਨੇ ਹਿੰਦੁਸਤਾਨ ਫਾਰਮ ਡਾਇਰੈਕਟ ਕੰਪਨੀ ਦੇ ਫੈਕਟਰੀ ਵਿੱਚ ਡਿਲੀਵਰ ਹੁੰਦੇ ਸੀਗੇ। ਠੀਕ ਹੈ। ਇਹ ਪੈਰਲਰ ਮੰਡੀ ਜਦੋਂ 20 ਕਿੱਲੇ ਥਾਂ ਨਾ ਲੈਣਾ ਬਹੁਤ ਛੋਟੀ ਗੱਲ ਵੱਡੀ ਗੱਲ ਹੈ। 20 ਕਿੱਲੇ ਥਾਂ ਦੇ ਵਿੱਚ ਮੰਡੀ ਚਲਾਉਣੀ ਤਾਂ ਹੋ ਕਿਵੇਂ ਸਕਦਾ ਵੀ ਅਫੀਸਰ ਸਾਹਿਬਾਂ ਦੀ ਨਿਗਾਹ ਚ ਨਾ ਵੀ ਪਤਾ ਨਾ ਲੱਗਿਆ ਹੋਵੇ ਕਿਸੇ ਨੂੰ। ਔਰ ਫਿਰ ਹੋਣਾ ਇਹ ਚਾਹੀਦਾ ਸੀਗਾ ਕਿ ਜਿਹੜੀ ਸਰਕਾਰੀ ਮੰਡੀ ਹੈ ਇਹ ਖਰੀਦ ਉੱਥੇ ਹੋਣੀ ਚਾਹੀਦੀ ਸੀ। ਨਹੀਂ, ਚੇਅਰਮੈਨ ਕੋਲੇ ਅਧਿਕਾਰ ਨੇ। ਚੇਅਰਮੈਨ ਕੋਲ ਅਧਿਕਾਰ ਨੇ ਵੀ ਉਹ ਜਦੋਂ ਮੰਡੀ ਚ ਕਣਕ ਦਾ ਸੀਜ਼ਨ ਸੀ, ਵੀਟ ਦਾ ਸੀਜ਼ਨ ਸੀ, ਪ੍ਰੋਕਿਉਰਮੈਂਟ ਦਾ, ਤੇ ਉਹ ਉਹਨੂੰ ਨੋਟੀਫਾਈ ਕਰ ਦਿੰਦਾ ਵੀ ਤੁਸੀਂ ਖਰੀਦ ਸਕਦੇ ਹੋ, ਪਰ ਮੰਡੀ ਫੀਸ ਭਰਨੀ ਤਾਂ ਬਣਦੀ ਸੀ ਨਾ। ਬਿਲਕੁਲ ਠੀਕ ਹੈ। ਮੇਨ ਮੁੱਦਾ ਅੱਜ ਆਪਣਾ ਪੰਜਾਬ ਅੱਜ ਆਪਣੀ ਮੰਡੀ ਬੋਰਡ ਦੀ ਹੋਂਦ ਨੂੰ ਵਿਚੋਂ ਲੜਾਈ ਲੜ ਰਿਹਾ। ਅੱਜ ਲੜਾਈ ਆਪਣੀ ਇਹ ਨਹੀਂ ਵੀ ਉਹ ਕੰਪਨੀ ਅੱਜ 2.5 ਕਰੋੜ ਦਾ ਮਸਲਾ ਨਹੀਂ, ਜਾਂ ਉਹਦਾ ਮਸਲਾ ਨਹੀਂ ਵੀ ਆਪਾਂ ਉੱਤੇ ਫਾਈਨ ਲੈਣਾ ਜਾਂ ਕੁਝ ਵੀ ਲੈਣਾ। ਅੱਜ ਜਿਹੜੀ ਹੋਂਦ ਜਿਹਦੇ ਲਈ ਕਿਸਾਨੀ ਸੜਕਾਂ ਤੇ ਰੁਲ ਰਹੀ ਹੈ, MSP ਦਾ ਮੁੱਦਾ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ। ਮੈਂ ਇਹਦੇ 'ਚ ਮੈਨੂੰ ਇੱਕ ਗੱਲ ਕੱਲ ਵੀ ਮੇਰੇ ਕਿਸੇ ਸੱਜਣ ਨੇ ਦੱਸਿਆ ਵੀ ਜੇਕਰ ਮੰਡੀ ਬੋਰਡ ਅਮੈਂਡਮੈਂਟ ਕਰਕੇ ਜਿਹੜਾ ਫਾਈਨ ਦਾ ਪੈਸਾ ਹੈ, ਜੋ RDF ਦਾ ਪੈਸਾ ਮੰਡੀ ਬੋਰਡ ਦਾ ਇਹਨਾਂ ਨੇ ਖਾਧਾ, ਮੰਡੀ ਬੋਰਡ ਦਾ ਚੋਰੀ ਕੀਤਾ ਕੰਪਨੀ ਨੇ, ਅੱਜ ਫਾਰਮਰ ਦੀ ਕ੍ਰੌਪ ਅੱਜ ਸਾਡਾ ਕਿੰਨੂ 7-8 ਰੁਪਏ ਕਿਲੋ ਵਿਕ ਰਿਹਾ ਬਾਗਾਂ ਦੇ ਵਿੱਚ, ਜੋ ਬਹੁਤ ਮਦਹਾਲੀ 'ਚ ਕਿੰਨੂ ਗਰੋਰ ਚੱਲ ਰਿਹਾ। ਮੈਂ ਸਰਕਾਰ ਨੂੰ ਇਹ ਗੁਜ਼ਾਰਿਸ਼ ਕਰੂੰਗਾ ਤੁਹਾਡੇ ਰਾਹੀਂ ਵੀ ਜੋ ਵੀ ਪੈਸਾ ਸਾਡੇ ਪੰਜਾਬ ਦੀ ਇੱਕੋ ਇੱਕ ਮੰਡੀ ਹੈ ਅਬੋਹਰ ਮੰਡੀ, ਉਹਦੇ ਵਿੱਚ ਸਬਸਿਡੀ ਦੇ ਰੂਪ ਵਿੱਚ ਜ਼ਿਮੀਂਦਾਰਾਂ ਨੂੰ ਦੇਣਾ ਚਾਹੀਦਾ। ਵੀ ਰੋਜ਼ ਦਾ ਜੇ 2 ਕਰੋੜ ਮਿਲਦਾ ਤਾਂ 3 ਮਹੀਨੇ ਮੰਡੀ ਚੱਲਦੀ ਹੈ ਮੱਕੜ ਸਾਹਿਬ, ਨਵੰਬਰ, ਦਸੰਬਰ, ਜਨਵਰੀ, ਫਰਵਰੀ ਵਿੱਚ ਮੰਡੀ ਬੰਦ ਹੋ ਜਾਂਦੀ ਹੈ ਕਿਉਂਕਿ ਸੀਜ਼ਨਲ ਮੰਡੀ ਹੁੰਦੀ ਹੈ। ਜੇ ਰੋਜ਼ ਦਾ ਵੀ 5 ਲੱਖ ਰੁਪਏ ਆਪਾਂ ਮੰਡੀ 'ਚ ਸਰਕਾਰ ਵੱਲੋਂ ਸਬਸਿਡੀ ਦੇਈਏ ਤੇ ਜਿਹੜੇ ਸਾਡੇ ਵਰਗੇ ਛੋਟੇ ਫਾਰਮਰ ਨੇ, ਜਿਹੜੇ ਅੱਜ ਦੀ ਡੇਟ 'ਚ ਮੋਹਾਲੀ 'ਚ ਕਰੋਨਾ 'ਚ ਮਾਰੇ ਗਏ ਨੇ ਜਾਂ ਕਿਸੇ ਵੀ ਤਰੀਕੇ ਨਾਲ ਮਾੜੇ ਸਮੇਂ 'ਚ ਗੁਜ਼ਰ ਰਹੇ ਨੇ, ਉਹਨਾਂ ਨੂੰ ਇੱਕ ਬਹੁਤ ਵੱਡਾ ਬੈਨੀਫਿਟ ਹੋ ਸਕਦਾ। ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰਗਾ ਕਿ ਕੰਪਨੀ ਤੋਂ ਕੋਈ ਲੀਗਲ ਓਪੀਨੀਅਨ ਚੰਗੇ ਤਰੀਕੇ ਨਾਲ ਲੈ ਕੇ, ਜਿਹਦੇ ਨਾਲ ਪੰਜਾਬ ਰਾਜ ਦਾ ਨੁਕਸਾਨ ਵੀ ਨਾ ਹੋਵੇ ਤੇ ਸਟੇਟ ਨੂੰ ਫਾਇਦਾ ਵੀ ਹੋਵੇ, ਤੇ ਉਹ ਗਰੋਅਰ ਦੇ ਪੈਸੇ ਨੇ, ਕਿਉਂਕਿ ਗਰੋਅਰ ਦਾ ਕਿੰਨੂ ਹੈ, ਉਹ ਕਿੰਨੂ ਸਾਡਾ, ਸਾਡੇ ਇਲਾਕੇ ਦਾ ਕਿੰਨੂ ਹੈ, ਉਹਦੇ ਪੈਸੇ ਸਾਨੂੰ ਮੰਡੀ ਬੋਰਡ ਰਾਹੀਂ ਸਬਸਿਡੀ ਦੇ ਰੂਪ 'ਚ ਮਿਲਣੇ ਚਾਹੀਦੇ। ਤਾਂ ਹੁਣ ਇਸ ਲੜਾਈ ਨੂੰ ਅੱਗੇ ਕਿਵੇਂ ਲੜੋਗੇ? ਇਹ ਬੜਾ ਵੱਡਾ ਸਵਾਲ ਹੈ ਕਿ ਤੁਸੀਂ ਆਪਣੇ ਤੌਰ ਤੇ ਕਰ ਰਹੇ ਹੋ, ਅਫਸਰ ਆਪਣੇ ਤੌਰ ਤੇ ਹੁਣ ਆਪਣੇ ਆਪ ਨੂੰ ਬਚਾਉਣ ਵਾਸਤੇ ਜ਼ਾਹਿਰ ਜੀ ਗੱਲ ਹੈ ਕਿ ਉਹ ਕੁਛ ਨਾ ਕੁਛ ਆਪਣੇ ਵੱਲੋਂ ਕਰਨਗੇ। ਤੁਸੀਂ ਕਹਿ ਰਹੇ ਹੋ ਕਿ ਲੀਗਲ ਓਪੀਨੀਅਨ ਵੀ ਲਿਆ ਜਾਵੇ, ਤਾਂ ਕੀ ਤੁਹਾਨੂੰ ਲੱਗਦਾ ਕਿ CM ਸਾਹਿਬ ਨੂੰ ਆਪ ਇੰਟਰਵੀਨ ਕਰਨਾ ਚਾਹੀਦਾ? ਔਰ ਇਹ ਗੰਭੀਰ ਗੱਲ ਹੈ। ਕੱਲ ਨੂੰ ਗੱਲ 2 ਕਰੋੜ ਜਾਂ 4 ਕਰੋੜ ਮਾਲੀਏ ਦੀ ਨਹੀਂ ਹੈ, ਗੱਲ ਇਹ ਹੈ ਕਿ ਕੱਲ ਨੂੰ ਉਹ ਕਾਨੂੰਨ ਜਿਹੜੇ ਹੈ ਇਹਦੇ ਨਾਲ ਲਾਗੂ ਹੋ ਜਾਣਗੇ ਪੰਜਾਬ ਦੇ। ਡੈਫੀਨਿਟਲੀ ਮੱਕੜ ਸਾਹਿਬ ਲਾਗੂ ਹੋ ਜਾਣਗੇ। ਅੱਜ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਆਫੀਸਰਸ ਤਿਆਰੀ ਕਰ ਚੁੱਕੇ ਆ। ਰਾਤ ਹੀ ਮੇਰੇ ਕੋਲੇ ਮੇਲ ਰਾਹੀਂ ਇਹ ਪੇਪਰਸ ਆਏ ਆ। ਅੱਜ ਤੱਕ ਇਹਦੇ ਤੇ ਓਪੀਨੀਅਨ 9 ਤਰੀਕ ਦਾ ਮੰਗਣਾ ਹੈ। ਅੱਜ ਦੀ ਡੇਟ ਪਾਈ ਹੋਈ ਹੈ, ਅੱਜ ਸ਼ਾਇਦ ਟੇਬਲ ਤੇ ਹੋਣਗੇ। ਮੇਰੇ ਕੋਲ ਰਾਤ ਤੁਹਾਡੇ ਵਰਗੇ ਕਿਸੇ ਵੀਰ ਨੇ ਭੇਜੇ। ਮੈਂ ਤੁਹਾਡੇ ਚੈਨਲ ਰਾਹੀਂ ਫਿਰ ਤੁਹਾਨੂੰ ਇਹ ਗੁਜ਼ਾਰਿਸ਼ ਕਰਦਾ, ਪੰਜਾਬ ਰਾਜ ਦਾ ਕੋਈ ਵੀ ਆਫੀਸਰ ਜਾਂ ਕੋਈ ਵੀ ਮੇਰਾ ਵੀਰ ਸੁਣ ਰਿਹਾ ਹੋਵੇ, ਇਸ ਪੇਪਰਸ ਨੂੰ ਲੀਗਲ ਓਪੀਨੀਅਨ ਦੇਣ ਤੋਂ ਪਹਿਲਾਂ ਚੰਗੇ ਪੈਨਲ ਰਾਹੀਂ ਸਾਡੇ ਮਾਨਯੋਗ ਅਤੁਲ ਨੰਦਾ ਜੀ ਪੰਜਾਬ, ਜਿਹੜੇ ਵੀ ਮੇਰੇ ਬਹੁਤ ਸਤਿਕਾਰਯੋਗ ਨੇ, ਘੱਟੋ ਘੱਟ ਚੰਗੇ ਤਰੀਕੇ ਨਾਲ ਘੁੱਕ ਕੇ ਇਹਦਾ ਲੀਗਲ ਓਪੀਨੀਅਨ ਦੇਣ। ਨਹੀਂ ਤਾਂ ਇਹ ਲੀਗਲ ਓਪੀਨੀਅਨ ਦਿੱਤਾ ਆਫੀਸਰ ਬਚਾਉਣ ਦੇ ਚੱਕਰ ਦੇ ਵਿੱਚ ਕਿਤੇ ਪੰਜਾਬ ਰਾਜ ਨੂੰ ਫਿਰ ਕਿਤੇ ਕਲੰਕ ਦਾ ਟਿੱਕਾ ਨਾ ਸਹਿਣਾ ਪਵੇ। ਔਰ ਪੂਰੀ ਕਿਸਾਨੀ ਜਿਹੜੀ ਅੱਜ ਇੰਨੀ ਲੜਾਈ ਇੰਨੇ ਦਿਨਾਂ ਤੋਂ ਬੈਠੇ ਨੇ, ਇੱਕ ਇਸ ਝਟਕੇ ਦੇ ਨਾਲ ਸਾਰਾ ਪਾਣੀ ਫਿਰ ਜਾਣਾ ਹੈ, ਸਾਰੇ ਕੁਝ ਬਿਲਕੁਲ ਤਬਾਹ ਹੋ ਜਾਏਗਾ। ਮੈਂ ਜਵਾਨੀ ਬਿਲਕੁਲ ਜਿਹੜੀ ਕਿਸਾਨੀ ਹੈ ਉਹਨੂੰ ਸੱਚ ਦਾ ਕੁਝ ਪਤਾ ਹੀ ਨਹੀਂ ਵੀ ਪਰਦੇ ਦੇ ਪਿੱਛੇ ਕੀ ਕੁਝ ਹੋ ਰਿਹਾ ਹੈ।
31 ਕਿਸਾਨ ਜਥੇਬੰਦੀਆਂ ਪੰਜਾਬ। ਮੈਂ ਵੀ ਕਈਆਂ ਦੇ ਸੰਪਰਕ 'ਚ, ਮੈਂ ਵੀ ਧਰਨੇ ਤੇ ਪਿੱਛੇ ਜਾ ਕੇ ਸਾਰਿਆਂ ਨੂੰ ਇਹ ਦੱਸ ਕੇ ਆਇਆ ਸੀਗਾ। ਸ਼ਾਇਦ ਪੰਜਾਬ ਦੀ ਜਥੇਬੰਦੀਆਂ ਨੂੰ ਇਹ ਸਾਰੀ ਸੱਚ ਦੀ ਕਹਾਣੀ ਨਾ ਪਤਾ ਹੋਵੇ। ਦਿੱਲੀ ਵੱਲ ਉਹਨਾਂ ਦਾ ਧਿਆਨ ਅੱਜ ਹਰ ਇੱਕ ਬੰਦਾ ਪੰਜਾਬ ਦਾ ਵਧੀਆ ਕਰ ਰਿਹਾ, ਚਾਹੇ ਉਹ ਕਿਸਾਨ ਯੂਨੀਅਨਸ ਨੇ, ਚਾਹੇ ਉਹ ਮੰਨਾ ਬਾਈ ਹੈ, ਚਾਹੇ ਲੱਖਾ ਜੀ ਨੇ, ਚਾਹੇ CM ਸਾਹਿਬ ਹੈ, ਚਾਹੇ ਸੁਨੀਲ ਜਾਖੜ ਜੀ ਨੇ, ਕੋਈ ਵੀ, ਚਾਹੇ ਦੀਪ ਸਿੱਧੂ, ABC ਕੋਈ ਵੀ ਹੈ, ਹਰ ਇੱਕ ਬੰਦਾ ਅੱਜ ਆਪਦੇ ਪੰਜਾਬ ਦੀ ਹੋਂਦ ਬਚਾਉਣ ਦੇ ਵਿੱਚ ਕਾਰਗਰ ਹੈ। ਮੈਂ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਵੀ ਬਿਲਕੁਲ ਜੋ ਮੁੱਦਾ ਮੈਂ ਤੁਹਾਡੇ ਰਾਹੀਂ ਤੁਹਾਡੀ ਕਚਹਿਰੀ ਜਨਤਾ ਦੀ ਕਚਹਿਰੀ ਵਿੱਚ ਲੈ ਕੇ ਆਇਆ, ਵੀ ਬਿਲਕੁਲ ਇੱਕ ਇਸ ਮੁੱਦੇ ਰਾਹੀਂ ਆਪਾਂ ਕਿਤੇ ਪੰਜਾਬ ਦਾ ਜੋ ਆਪਾਂ ਪਿਛਲੇ 1 ਮਹੀਨੇ ਤੋਂ ਤਕਰੀਬਨ ਧਰਨਿਆਂ ਤੇ ਬੈਠਿਆ, ਕਿਤੇ ਉਹ ਇਸ ਕਾਗਜ਼ਾਂ ਰਾਹੀਂ ਆਪਾਂ ਹਾਰ ਨਾ ਹਾਰ ਜੀ, ਇਹ ਹਾਰ ਆਪਣੇ ਆਫੀਸਰਸ ਦਾ ਤੈਅ ਕਰਨ ਨੂੰ ਤਿਆਰ ਬੈਠੇ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ। ਕੁਝ ਹੋਰ ਜੇ ਤੁਸੀਂ ਚਾਹੁੰਦੇ ਹੋ ਕਿ ਕਿਸਾਨਾਂ ਤੱਕ ਤੁਹਾਡੀ ਆਵਾਜ਼ ਪਹੁੰਚੇ, ਜੋ ਗੱਲ ਜੇ ਕੋਈ ਮਿਸ ਹੋ ਗਈ ਹੈ ਤਾਂ ਮੈਂ ਚਾਹੁੰਦਾ ਕਿ ਉਹ ਜ਼ਰੂਰ ਕਲੈਰੀਫਾਈ ਕਰ ਦਿਓ। ਮੈਂ ਮੱਕੜ ਸਾਹਿਬ ਇਹ ਕਹਿਣਾ ਚਾਹੂੰਗਾ ਵੀ ਸਪੈਸ਼ਲੀ ਮੇਰੇ ਏਰੀਏ ਲਈ, ਮੇਰੇ ਏਰੀਏ ਲਈ ਇਹ ਕਹਿਣਾ ਚਾਹੂੰਗਾ ਵੀ ਸਾਡਾ ਸੀਜ਼ਨ ਬਿਲਕੁਲ ਤਿਆਰ ਹੈ। 8 ਤੋਂ 10 ਲੱਖ ਕਿੰਨੂ ਸਾਡਾ ਤਿਆਰ ਹੈ ਵੀ ਬਿਲਕੁਲ ਜ਼ਿਮੀਂਦਾਰ ਭੜਕਣ ਨਾ, ਕਾਲੇ ਨਾ ਪੈਣ, ਕਿਸੇ ਵੀ ਚੀਜ਼ ਨੂੰ ਲੈ ਕੇ ਬਿਲਕੁਲ ਉਤੇਜਿਤ ਨਾ ਹੋਣ। ਆਉਣ ਵਾਲੇ ਸਮਾਂ ਜਿਵੇਂ ਮੈਂ ਦੇਖਿਆ ਵੀ ਆਪਾਂ ਝੋਨਾ ਰੋਕ ਲਿਆ, ਪਰਚੇ ਦੇਤੇ, ਮੈਨੂੰ ਖਦਸ਼ਾ ਹੈ ਵੀ ਕਿਤੇ ਇਹ ਵੰਡੈਟਾ ਜੋ ਹੈ ਕਿਤੇ ਸਾਡੇ ਫਾਰਮਰ ਨਾਲ ਵੀ ਉਹਨਾਂ, ਜਦੋਂ ਸਾਡਾ ਕਿੰਨੂ ਬਾਹਰ ਜਾਊਗਾ ਤੇ ਕਿਤੇ ਸਾਡੇ ਫਾਰਮਰ ਨੂੰ ਵੀ ਨਾ ਭੁਗਤਣਾ ਪਵੇ। ਸਰਕਾਰ ਨੂੰ ਇਹ ਵੀ ਖਿਆਲ ਰੱਖਣਾ ਪਊਗਾ, ਕਿਉਂਕਿ ਝੋਨਾ ਤਾਂ ਟਰੱਕ 'ਚ 10 ਦਿਨ ਰਹਿ ਗਿਆ ਤਾਂ ਉਹਨੂੰ ਕੋਈ ਫਰਕ ਨਹੀਂ ਪੈਂਦਾ, ਸੁੱਕ ਸਕਦਾ, ਵੱਧ ਤੋਂ ਵੱਧ ਕੁਝ ਨਹੀਂ ਹੁੰਦਾ। ਕਿੰਨੂ 3 ਦਿਨ ਜੇ ਟਰੱਕ 'ਚ ਰਹਿ ਜੇ ਤਾਂ ਉਹ ਬਿਲਕੁਲ ਖਤਮ ਹੋ ਜਾਂਦਾ, ਲੱਖਾਂ ਦਾ ਨੁਕਸਾਨ ਹੋਣ ਵਾਲਾ ਹੈ। ਮੈਂ ਪੰਜਾਬ ਸਰਕਾਰ ਨੂੰ ਇਹੀ ਗੁਜ਼ਾਰਿਸ਼ ਕਰੂੰਗਾ ਵੀ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵੀ ਸਾਡਾ ਜੋ ਵੀ 8-10 ਲੱਖ ਕਿੰਨੂ ਹੈ 10-12 ਹਜ਼ਾਰ ਕਰੋੜ ਦੀ ਫਸਲ ਹੈ, ਉਹਨੂੰ ਪੂਰਨ ਤਰੀਕੇ ਨਾਲ ਮਤਲਬ ਕਿ ਸੇਲ ਕਰਾਇਆ ਜਾਵੇ। ਤੇ ਜ਼ਿਮੀਂਦਾਰ ਇਹ ਬਹੁਤ ਤੁਹਾਡੇ ਤੋਂ ਆਸਾਂ ਲੈ ਕੇ ਅੱਜ ਸੜਕਾਂ ਤੇ ਬੈਠੇ ਹੈ, ਤੇ ਉਸ ਤਰੀਕੇ ਨੂੰ ਬਹੁਤ ਪੂਰਨ ਤਰੀਕੇ ਨਾਲ ਇਹਦੀ ਮੰਡੀਕਰਨ ਕਰਾ ਕੇ ਪੰਜਾਬ ਦੀ ਵਿਵਸਥਾ ਕੀਤੀ ਜਾਵੇ। ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ। ਸੋ ਇਹ ਬਹੁਤ ਗੰਭੀਰ ਮਸਲਾ ਹੈ, ਥੋੜਾ ਟੈਕਨੀਕਲ ਜ਼ਰੂਰ ਹੈ, ਥੋੜਾ ਲੀਗਲ ਮੈਟਰ ਹੈ, ਲੇਕਿਨ ਸਮਝਣਾ ਪਊਗਾ ਕਿ ਕੰਪਨੀ ਪਿਛਲੇ 4 ਸਾਲ ਤੋਂ ਜਿਹਨੇ ਨਾ ਲਾਇਸੈਂਸ ਲਿਆ, ਨਾ ਉਹਨੇ ਕੋਈ ਮੰਡੀ ਫੀਸ ਭਰੀ, ਔਰ ਹੁਣ ਜਦੋਂ ਉਹਦੇ ਤੇ ਸਵਾਲ ਹੁੰਦੇ ਆ ਤਾਂ ਉਹ ਕਹਿ ਦਿੰਦੀ ਹੈ ਕਿ ਨਵੇਂ ਕਾਨੂੰਨ ਕਹਿੰਦੇ ਹੈ ਕਿ ਭਰਨ ਦੀ ਲੋੜ ਨਹੀਂ ਹੈ। ਇੱਕ ਪਾਸੇ ਕੰਪਨੀ ਕਹਿ ਰਹੀ ਹੈ ਕਿ ਸਾਨੂੰ ਇਹ ਖਰੀਦਿਆ ਹੀ ਨਹੀਂ ਅਸੀਂ। ਇਹ ਪੁਆਇੰਟ ਮੇਰਾ ਮੈਂ ਜ਼ਰੂਰ ਤੁਹਾਡੇ ਨਾਲ ਦੁਬਾਰਾ ਡਿਸਕਸ ਕਰਨਾ ਚਾਹੁੰਦਾ ਅਖੀਰ ਦੇ ਵਿੱਚ ਕਿ ਇੱਕ ਪਾਸੇ ਕੰਪਨੀ ਕਹਿ ਰਹੀ ਹੈ ਕਿ ਨਵੇਂ ਕਾਨੂੰਨ ਨੇ ਉਹਦੇ ਤਹਿਤ ਲੋੜ ਨਹੀਂ ਹੈਗੀ, ਦੂਜੇ ਪਾਸੇ ਇਹ ਵੀ ਕਹਿ ਰਹੀ ਹੈ ਕਿ ਅਸੀਂ ਤਾਂ ਕਿੰਨੂ ਉੱਥੇ ਸਾਡਾ ਕਲੈਕਸ਼ਨ ਸੈਂਟਰ ਹੀ ਨਹੀਂ, ਅਸੀਂ ਖਰੀਦਿਆ ਹੀ ਨਹੀਂ। ਮੱਕੜ ਸਾਹਿਬ ਜਿਹੜਾ ਕਿੰਨੂ ਸੀ ਐਤਕੀ ਕੋਵਿਡ ਹੋਣ ਕਰਕੇ ਉੱਥੇ ਰੈਸਟ੍ਰਿਕਸ਼ਨ ਸੀਗੀਆਂ, ਤੇ ਕੰਪਨੀ ਨੂੰ ਹਿਮਾਚਲ ਚੋਂ ਆ ਕੇ ਪਿਛਲੇ 3 ਸਾਲ ਤੱਕ ਖਰੀਦਿਆ ਨਾ ਕੰਪਨੀ ਨੇ, 17 ਚ ਖਰੀਦਿਆ, 18 ਚ ਖਰੀਦਿਆ, 19 ਚ ਖਰੀਦਿਆ, ਕਿਉਂਕਿ ਉਹ ਪਿਛਲੇ ਸਾਲਾਂ ਜਿਹੜੇ ਵੈਕਸੀਨ ਪਲਾਂਟ ਜਾਂ ਜਿਹੜੇ ਵਿਚੋਲੀਆਂ ਕੋਲ ਆ ਕੇ ਡੇਰੇ ਲਾਉਂਦੇ ਸੀ, ਜਿੱਥੇ ਆ ਕੇ ਖਰੀਦ ਕਰਦੇ ਸੀ, ਐਤਕੀ ਉਹਨਾਂ ਨੇ ਲੰਮਸਮ ਰੇਟ ਤੇ ਉਹਨਾਂ ਨੂੰ ਹੀ ਉੱਥੇ ਇੰਚਾਰਜ ਬਣਾਤਾ। ਉਹ ਵਿਚੋਲੀਏ ਬਣ ਗਏ, ਖਰੀਦ ਤਾਂ ਕੰਪਨੀ ਦੇ ਬਿਹਾਫ ਤੇ ਰਹੇ, ਕੰਪਨੀ ਦੇ ਬਿਹਾਫ ਤੇ ਕਰ ਰਹੇ। ਉਹ ਤਾਂ ਹਾਲਾਤ ਬਣ ਗਏ ਹਿੰਦੁਸਤਾਨ ਦੇ ਕੋਵਿਡ ਦੇ ਕਰਕੇ ਵੀ। ਤਾਂ ਕੰਪਨੀ ਇਹ ਵੀ ਕਹਿ ਰਹੀ ਹੈ ਕਿ ਪਿਛਲੇ 3 ਸਾਲਾਂ ਦਾ ਵੀ ਨਹੀਂ ਪੇ ਕਰਾਂਗੇ, ਜਾਂ ਉਹ ਕਹਿ ਰਹੀ ਹੈ ਅਸੀਂ ਖਰੀਦਿਆ ਹੀ ਨਹੀਂ ਪਿਛਲੇ 3 ਸਾਲਾਂ। ਕੰਪਨੀ ਤਾਂ ਕਿਸੇ ਗੱਲ ਤੇ ਨਹੀਂ ਆ ਰਹੀ। ਕੰਪਨੀ ਤਾਂ ਗੋਲਮੋਲ ਗੱਲ ਕਰ ਰਹੀ ਹੈ ਵੀ ਸਾਡੇ ਤਾਂ ਕਲੈਕਸ਼ਨ ਸੈਂਟਰ ਹੀ ਹੈ ਨਹੀਂ, ਮੋਦੀ ਦੇ ਆਰਡੀਨੈਂਸ ਆ ਗਏ ਤਾਂ ਤੁਸੀਂ ਸਾਡੇ ਤੋਂ ਕਾਗਜ਼ ਨਹੀਂ ਮੰਗ ਸਕਦੇ, ਕਿਉਂਕਿ ਸਿਰਫ 60-70 ਕਰੋੜ ਤਾਂ ਮੇਰੀ ਇੱਕ ਓਪੀਨੀਅਨ ਹੈ, ਪਰ ਜਿੰਨਾ ਸਾਡਾ ਐਤਕੀ ਕਿੰਨੂ ਡਿੱਗ ਗਿਆ ਜਾਂ ਜੋ ਤੁਹਾਨੂੰ ਵੀਡੀਓਗ੍ਰਾਫੀ ਮੈਂ ਦਿਖਾ ਰਿਹਾ, ਹੋ ਸਕਦਾ ਕੰਪਨੀ ਨੇ 100 ਕਰੋੜ ਤੋਂ ਅਬਵ ਦਾ ਕਾਰੋਬਾਰ ਕੀਤਾ ਹੋ। ਬਿਲਕੁਲ ਠੀਕ ਹੈ। ਸੋ ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਕੈਮਰਾ ਪਰਸਨ ਗਗਨ ਤੇ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ।